ਜਸਟਿਸ ਦੇਖ ਰਹੇ ਹੋ ਤੁਸੀਂ। ਮੈਂ KP ਸਿੰਘ ਟੂ ਦਾ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ। ਬਿਕਰਮ ਸਿੰਘ ਮਜੀਠੀਆ ਅਗਾਊਂ ਜ਼ਮਾਨਤ ਲਈ ਅਰਜ਼ੀ ਪਾਈ ਸੀ। ਪਹਿਲਾਂ ਮੋਹਾਲੀ ਕੋਰਟ ਨੇ ਨਹੀਂ ਮੰਨੀ, ਹੁਣ ਹਾਈ ਕੋਰਟ ਨੇ ਨਹੀਂ ਮੰਨੀ। ਹੁਣ ਕੀ ਹੋਊਗਾ? ਸਿਆਸਤ ਕਹਿੰਦੀ ਹੈ ਅਸੀਂ ਉਹ ਸਭ ਕੁਝ ਕਰਾਂਗੇ ਜੋ ਪਹਿਲਾਂ ਨਹੀਂ ਕੀਤਾ ਗਾ। ਚੋਣਾਂ ਦੇ ਨੇੜੇ ਆ ਕੇ ਕਿਉਂ ਕੀਤਾ ਜਾ ਰਿਹਾ? ਇਹ ਅਕਾਲੀ ਦਲ ਸਵਾਲ ਲਗਾਤਾਰ ਪੁੱਛ ਰਿਹਾ। ਅਕਾਲੀ ਦਲ ਕਹਿੰਦਾ ਕਿ ਬਦਲਾਖੋਰੀ ਕੀਤੀ ਜਾ ਰਹੀ ਹੈ। ਸਰਕਾਰ ਕਹਿੰਦੀ ਹੈ ਕਾਨੂੰਨ ਆਦਾ ਕੰਮ ਕਰ ਰਿਹਾ, ਅਸੀਂ ਕੁਝ ਨਹੀਂ ਕਰ ਰਹੇ। ਅਕਾਲੀ ਦਲ ਨੇ ਜਿਹੜੇ ਇਸ ਤੋਂ ਪਹਿਲਾਂ DGP ਸੀ ਉਹਨਾਂ 'ਤੇ ਵੀ ਸਵਾਲ ਚੁੱਕੇ ਆ। ਸਾਰੇ ਸਵਾਲ ਹੈ, ਪਰ ਇਹਨਾਂ ਸਵਾਲਾਂ ਦਾ ਜਵਾਬ ਕੀ ਹੈਗਾ ਉਸ ਦੀ ਕੋਸ਼ਿਸ਼ ਕਰਾਂਗੇ ਇਸ ਡਿਬੇਟ ਦੇ ਵਿੱਚ ਜਵਾਬ ਮਿਲੇ। ਬਿਕਰਮ ਮਜੀਠੀਆ ਦਾ ਹੁਣ ਕੀ ਬਣੇਗਾ? ਬਿਆਨ ਸੁਣ ਲਈਏ ਪਹਿਲਾਂ ਆਏ ਕੀ ਹੈ। ਪਹਿਲੇ ਕਿਹਾ ਸੀ ਕਿ ਚੱਤੋਪਾਧਿਆ ਇੱਕ ਇਹੋ ਜਿਹਾ ਪੁਲਿਸ ਅਫਸਰ ਹੈ ਜਿਹੜਾ ਪੁਲਿਸ ਅਫਸਰ ਕਹਿਣ ਦੇ ਲਾਇਕ ਨਹੀਂ, ਉਹਨੂੰ ਜੇਲ੍ਹ 'ਚ ਹੋਣਾ ਚਾਹੀਦਾ ਸੀ। ਜਿਹੜੀ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਲੈਪਸ ਹੋਈ ਇਹਦੇ ਕਰਕੇ ਹੋਈ, ਕਿਉਂਕਿ ਉਹ ਫਿੱਟ ਹੀ ਨਹੀਂ ਆ। ਹਾਈ ਕੋਰਟ ਨੇ, ਸੁਪਰੀਮ ਕੋਰਟ ਨੇ ਕਿਹਾ ਅੱਜ ਫਿੱਟ ਨਹੀਂ ਹੈ, ਪਰ ਚੰਨੀ ਨੇ ਕਿਉਂ ਰੱਖਿਆ? ਕਿਉਂਕਿ ਚੰਨੀ ਦੀਆਂ ਕਰਤੂਤਾਂ ਵੀ ਸਾਰੀਆਂ ਉਹੀ ਹੈ। बेल मिली हुई सी ਉਹ ਹੁਣ ਰੱਦ ਹੋ ਗਈ। देखो इदा है कि बहुत बड़ा काम है। पंजाब दियां मावां दियां कुੱਖਾਂ ਗਾਲੀਆਂ ਗਈਆਂ। पंजाब ਦੀ ਨੌਜਵਾਨੀ ਨੂੰ ਬਰਬਾਦ ਕੀਤਾ ਗਿਆ। पंजाब ਦੀ ਅਰਥ ਵਿਵਸਥਾ ਖਰਾਬ ਕੀਤੀ ਗਈ ਹੈ। ਇਸ ਕਰਕੇ ਇਹਦੇ 'ਚ ਹਾਈ ਕੋਰਟ ਨੇ ਜਿਹੜਾ ਡਿਸੀਜਨ ਲਿਆ ਹੈ ਉਹ ਕਾਨੂੰਨ ਦੇ ਆਧਾਰ ਤੇ ਲਿਆ ਹੈ ਤੇ ਅਸੀਂ ਹਾਈ ਕੋਰਟ ਦੇ ਮਾਨਯੋਗ ਹਾਈ ਕੋਰਟ ਦੇ ਜਿਹੜਾ ਡਿਸੀਜਨ ਹੈ ਉਸ ਦੀ ਪੁਸ਼ਟੀ ਕਰਕੇ ਉਹਨਾਂ ਦਾ ਧੰਨਵਾਦ ਕਰਦੇ ਹਾਂ। ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਜਿਹੜਾ ਅਸੀਂ ਪੁੱਛਾਂਗੇ, ਵੱਡਾ ਸਵਾਲ ਅਸੀਂ ਇਹ ਪੁੱਛਾਂਗੇ ਮਜੀਠੀਆ ਖਿਲਾਫ ਕੱਸਦਾ ਕਾਨੂੰਨੀ ਸਕੰਜਾ ਪੰਜਾਬ ਦੇ ਸਿਆਸੀ ਦੰਗਲ ਨੂੰ ਕਿੱਧਰ ਲੈ ਜਾਵੇਗਾ? ਕਿਉਂਕਿ ਪੂਰੇ ਇਸ ਮਾਮਲੇ ਦੀ ਸਿਆਸਤ ਹੋ ਰਹੀ ਹੈ ਤੇ ਜਿਹੜੇ ਮਹਿਮਾਨ ਸਾਡੇ ਨਾਲ ਆ ਉਹਨਾਂ ਦਾ ਤਾਰਫ ਕਰਾਉਣਾ ਤੇ ਉਸ ਤੋਂ ਡਿਬੇਟ ਸ਼ੁਰੂ ਕਰਾਂਗੇ। ਹਰਚੰਦ ਸਿੰਘ ਬਾਟ ਸੀਨੀਅਰ ਵਕੀਲ ਨੇ ਤੇ ਉਸੇ ਅਦਾਲਤ ਦੇ ਵਿੱਚ ਬੈਠਦੇ ਆ। ਉਸੇ ਅਦਾਲਤ ਦੇ ਵਿੱਚ ਇਹ ਕਾਰਵਾਈਆਂ ਪੈ ਰਹੀਆਂ ਤੇ ਜਿੱਥੋਂ ਬਿਕਰਮ ਸਿੰਘ ਮਜੀਠੀਆ ਨੂੰ ਅਗਾਊਂ ਜ਼ਮਾਨਤ ਦੀ ਅਰਜ਼ੀ ਹੈ ਜਿਹੜੀ ਰੱਦ ਹੋਣ ਦੀ ਖਬਰ ਮਿਲੀ ਹੈ। ਮਿਸਟਰ ਬਾਟ, ਤੁਹਾਡਾ ਬਹੁਤ ਸਵਾਗਤ ਹੈ। ਮਿਹਰਬਾਨੀ। RP ਸਿੰਘ ਮੈਨੀ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਹੈ ਤੇ ਮਾਝੇ ਦੀ ਧਰਤੀ ਨੂੰ ਬਿਲੋਂਗ ਕਰਦੇ ਆ ਤੇ ਮਾਝੇ ਦੇ ਵਿੱਚ ਸਿਆਸਤ ਹੋਰ ਤਿੱਖੀ ਹੋ ਗਈ ਆ। ਮੈਨੀ ਸਾਹਿਬ ਸਮਝਣ ਦੀ ਕੋਸ਼ਿਸ਼ ਕਰਾਂਗੇ ਮਾਮਲਾ ਸਿਆਸੀ ਹੈ ਜਾਂ ਕਾਨੂੰਨੀ ਹੈ। ਮੈਨੀ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ। ਨਰਿੰਦਰ ਸਿੰਘ ਸੰਧੂ ਕਾਂਗਰਸ ਸਪੋਕਸਪਰਸਨ ਹੈ, ਇਹ ਵੀ ਮਾਝੇ ਦੀ ਧਰਤੀ ਤੋਂ ਬੈਠੇ ਸਾਡੇ ਨਾਲ। ਸੰਧੂ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ। ਜਸਕੰਤ ਸਿੰਘ ਬੰਦਿਸ਼ਾ ਆਮ ਆਦਮੀ ਪਾਰਟੀ ਸਪੋਕਸਪਰਸਨ ਹੈ, ਇਹ ਵੀ ਮਾਝੇ ਨਾਲ ਸੰਬੰਧ ਰੱਖਦੇ ਆ ਤੇ ਇਹ ਮਾਝੇ ਨੂੰ ਫੋਕਸ ਕਰਕੇ ਇਹ ਸਾਰੀ ਸਿਆਸਤ ਕੀਤੀ ਜਾ ਰਹੀ ਹੈ ਜਾਂ ਵਾਕਈ ਇਹਦੇ ਵਿੱਚ ਕਾਨੂੰਨੀ ਨੁਕਤੇ ਜਿਹੜੇ ਹੈ ਕਿ ਉਹਨਾਂ ਨੂੰ ਸਾਹਮਣੇ ਰੱਖੇ ਜਾ ਰਹੇ? ਸਮਝਣ ਦੀ ਕੋਸ਼ਿਸ਼ ਕਰਾਂਗੇ ਸਾਰੇ ਮਹਿਮਾਨਾਂ ਤੋਂ। ਮੈਨੀ ਸਾਹਿਬ, ਪਹਿਲਾ ਸਵਾਲ ਤੁਹਾਨੂੰ ਹੈ। ਮੈਨੀ ਸਾਹਿਬ, ਮਿਸਟਰ ਮਜੀਠੀਆ ਦੇ ਮਾਮਲੇ ਵਿੱਚ ਹੁਣ ਅਕਾਲੀ ਦਲ ਦਾ ਸਟੈਂਡ ਕੀ ਹੈ? ਤੁਸੀਂ ਤਾਂ DGP ਨੂੰ ਘੇਰਾ ਪਾਈ ਜਾਂਦੇ ਹੋ, FIR ਦਰਜ ਕਰੋ, ਉਹ ਕਰੋ, ਉਹ ਕਰੋ। ਮੈਨੀ ਸਾਹਿਬ, ਤੁਸੀਂ ਮੁੱਦੇ ਨੂੰ ਡਾਈਵਰਟ ਕਰ ਰਹੇ ਹੋ। ਦੇਖੋ KP ਸਿੰਘ ਜੀ, ਅੱਜ ਮਜੀਠੀਆ ਸਾਹਿਬ ਦੀ ਬੇਲ ਜਿਹੜੀ ਆ ਉਹ ਕੋਰਟ ਵੱਲੋਂ ਰਿਜੈਕਟ ਕੀਤੀ। ਅਸੀਂ ਕੋਰਟ ਦੇ ਫੈਸਲੇ ਨੂੰ ਮੰਨਦੇ ਹਾਂ। ਸਾਨੂੰ ਜਿਹੜੀਆਂ ਵੀ ਕਾਨੂੰਨੀ ਵੈਨਿਊ ਜਿਹੜੀਆਂ ਸਾਨੂੰ ਅਵੇਲੇਬਲ ਆ ਅਸੀਂ ਉਹਨਾਂ ਨੂੰ ਅਵੇਲ ਕਰਾਂਗੇ। ਅੱਗੇ ਸੁਪਰੀਮ ਕੋਰਟ ਜਾਵਾਂਗੇ। ਇਹਦਾ ਡਿਟੇਲ ਆਰਡਰ ਆਉਣ ਤੋਂ ਬਾਅਦ ਜ਼ਰੂਰ ਸੁਪਰੀਮ ਕੋਰਟ 'ਚ ਮੂਵ ਕਰਾਂਗੇ। ਇਹ KP ਸਿੰਘ ਜੀ, ਸਾਰੀ ਦੁਨੀਆ ਜਾਣਦੀ ਆ ਕਿ ਇਹ ਜਿਹੜੇ DGP ਸਾਹਿਬ ਦੇ ਉੱਤੇ ਗੱਲ ਉੱਠ ਰਹੀ ਆ ਜਾਂ ਆਰੋਪ ਲੱਗ ਰਹੇ ਆ, ਉਹ DGP ਸਾਹਿਬ ਨੇ ਰਾਜਸੀ ਬਦਲਾਖੋਰੀ ਲਈ ਪੋਲੀਟੀਕਲ ਵੈਂਡੇਟਾ ਦੇ ਅਧੀਨ ਹੀ ਇਹ ਪਰਚਾ ਦਰਜ ਕੀਤਾ ਜੀ। ਸਰਕਾਰ ਦੇ ਆਖਰੀ ਹਫ਼ਤੇ ਨਹੀਂ, ਆਖਰੀ ਦਿਨ ਚੱਲ ਰਹੇ ਸੀ ਜਦੋਂ ਸਾਰੇ ਪੰਜਾਬ ਦੇ SSP ਨੇ ਨਾ ਕਰ ਦਿੱਤੀ ਵੀ ਅਸੀਂ ਇਹ ਪਰਚਾ ਦਰਜ ਨਹੀਂ ਕਰਨਾ। ਤਦ DGP ਸਹੋਤਾ ਸਾਹਿਬ ਨੂੰ ਬਦਲ ਕੇ ਚਟੋਪਾਧਿਆਏ ਸਾਹਿਬ ਨੂੰ ਲਿਆਂਦਾ ਗਿਆ ਤੇ ਉਹਨਾਂ ਨੇ ਇਹ ਪਰਚਾ ਦਰਜ ਕੀਤਾ ਜੀ। ਬਿਊਰੋ ਆਫ ਇਨਵੈਸਟੀਗੇਸ਼ਨ 'ਚ ਸਾਰਾ ਸਾਲ ਲੱਗਣ ਜੋ ਉੱਥੇ ਸਿਰਫ ਉਸ ਤੋਂ ਪਹਿਲਾਂ ਇੱਕ ਪਰਚਾ ਦਰਜ ਹੋਇਆ ਸੀ। ਸਾਲ ਦੇ ਦਸੰਬਰ ਦੇ ਆਖਰੀ ਹਫ਼ਤਿਆਂ ਦੇ ਵਿੱਚ ਉੱਥੇ FIR ਨੰਬਰ 2 ਦਰਜ ਹੋਈ। ਜਿਹੜੇ AIG ਬਲਰਾਜ ਸਿੰਘ ਨੇ ਉਹਦੇ ਬੇਟੇ ਨੂੰ ਵੀ ਇਹਨਾਂ ਨੇ ਆਊਟ ਆਫ ਟਰਨ ਇੰਸਪੈਕਟਰ ਬਣਾਇਆ, ਪ੍ਰਮੋਸ਼ਨ ਦਿੱਤੀ। ਉਹ ਸਾਰੀਆਂ ਚੀਜ਼ਾਂ ਪੋਲੀਟੀਕਲੀ ਮੋਟੀਵੇਟਡ ਸੀ, ਰਾਜਸੀ ਬਦਲਾਖੋਰੀ ਲਈ ਇੱਕ ਪਾਰਟੀ ਨੂੰ, ਲੀਡਰਾਂ ਨੂੰ ਸਪੈਸੀਫਿਕਲੀ ਉਹਨਾਂ ਨੂੰ ਨਿਸ਼ਾਨਾ ਬਣਾਉਣ ਵਾਸਤੇ ਹੀ ਇਹ ਸਾਰਾ ਕੁਝ ਕੀਤਾ ਗਿਆ। ਮਿਸਟਰ ਮੈਨੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਮਿਸਟਰ ਮੈਨੀ ਕਿ ਇਹ ਸਾਰਾ ਰਾਜਸੀ ਬਦਲਾਖੋਰੀ ਲਈ ਹੈ, ਜੇ ਰਾਜਸੀ ਬਦਲਾਖੋਰੀ ਲਈ ਹੈ ਸਭ ਕੁਝ ਤੇ ਫਿਰ ਤੁਹਾਡੀਆਂ ਦਲੀਲਾਂ ਕੋਰਟ ਦੇ ਵਿੱਚ ਸਟੈਂਡ ਕਿਉਂ ਨਹੀਂ ਕੀਤੀਆਂ ਮਿਸਟਰ ਮੈਨੀ? ਦੇਖੋ KP ਸਿੰਘ ਜੀ, ਮੈਂ ਕੋਰਟ ਦੇ ਫੈਸਲੇ ਦੇ ਉੱਤੇ ਕਿੰਤੂ ਨਹੀਂ ਕਰ ਸਕਦਾ। ਮੈਂ ਆਰਡਰ ਪੜ੍ਹਿਆ ਨਹੀਂ ਹੈ। ਮੈਂ ਆਰਡਰ ਪੜ੍ਹਨ ਤੋਂ ਬਾਅਦ ਹੀ ਇਹਦੇ ਬਾਰੇ ਕੁਝ ਕਹਿ ਸਕਾਂਗਾ। ਪਹਿਲਾਂ ਕੋਰਟ ਨੇ ਸਾਡੀਆਂ ਦਲੀਲਾਂ ਨੂੰ ਮੰਨਦਿਆਂ ਐਂ ਹੀ ਅਰੈਸਟ ਤੈਅ ਕੀਤੀ ਸੀ। ਉਸ ਤੋਂ ਬਾਅਦ ਸਾਨੂੰ ਇਨਵੈਸਟੀਗੇਸ਼ਨ ਜੁਆਇਨ ਕਰਨ ਦਾ ਕੋਰਟ ਨੇ ਆਰਡਰ ਕੀਤਾ। ਆਪਾਂ 2 ਵਾਰ ਇਨਵੈਸਟੀਗੇਸ਼ਨ STF ਦੇ ਆਫਿਸ ਜਾ ਕੇ
ਜੁਆਇਨ ਕੀਤੀ, ਜੋ ਜੋ ਉਹਨਾਂ ਨੇ ਕੰਡੀਸ਼ਨਸ ਲਾਈਆਂ ਸੀ ਉਹਨਾਂ ਨੂੰ ਅਸੀਂ ਕੰਪਲਾਈ ਕੀਤਾ, ਉਹਨਾਂ ਨੂੰ ਫੋਲੋ ਕੀਤਾ, ਉਹਨਾਂ ਨੂੰ ਓਬੇ ਕੀਤਾ। ਹੁਣ ਅੱਜ ਦਾ ਜਿਹੜਾ ਆਰਡਰ ਹੈ ਉਹ ਆ ਲੈਣ ਦਿਓ ਜੀ, ਇੱਕ ਵਾਰ ਆਪਾਂ ਡਿਟੇਲ ਆਰਡਰ ਪੜ੍ਹਨ ਤੋਂ ਬਾਅਦ ਹੀ ਮੈਂ ਕੋਈ ਕਮੈਂਟ ਕਰ ਪਾਊਂਗਾ। ਚਲੋ ਹਾਂ, ਅਸੀਂ ਕੋਰਟ ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਜ਼ਰੂਰ ਜਾਵਾਂਗੇ। ਠੀਕ ਹੈ। ਨਰਿੰਦਰ ਸਿੰਘ ਸੰਧੂ, ਇਹ ਸਾਰਾ ਮਾਮਲਾ ਰਾਜਸੀ ਬਦਲਾਖੋਰੀ ਦਾ ਹੈ। ਕੋਈ ਨਹੀਂ ਚਾਹੁੰਦਾ ਹੈਗਾ ਕਿ ਇਨਸਾਫ ਹੋਵੇ, ਸਿਰਫ ਸਿਆਸਤ ਹੋਵੇ ਤੇ ਵੋਟਾਂ ਇੱਧਰ ਉੱਧਰ ਸ਼ਫਲ ਹੋ ਜਾਣ। ਨਰਿੰਦਰ ਸੰਧੂ, ਇੱਥੋਂ ਤੱਕ ਹੀ ਹੈ ਮਾਮਲਾ ਬਸ? ਨਹੀਂ ਨਹੀਂ, ਦੇਖੋ ਕੇਪੀ ਸਿੰਘ ਜੀ, ਇਸ ਤਰ੍ਹਾਂ ਨਹੀਂ ਹੈ। ਹਾਂ ਜਦੋਂ ਬੰਦਾ ਕੋਈ ਗਲਤ ਕੰਮ ਕਰਦਾ ਉਹਨੂੰ ਰੱਬ ਚੇਤੇ ਭੁੱਲ ਜਾਂਦਾ। ਇਹ ਦੇਖੋ ਇਨਸਾਫ ਤੇ ਮੈਨੀ ਸਾਹਿਬ ਨੇ ਵੀ ਕਿਹਾ ਅਦਾਲਤਾਂ ਦੇ ਕੰਮ ਕਰਨੇ, ਸਾਡਾ ਕੋਈ ਕੰਮ ਨਹੀਂ। ਪਰ ਜਿੱਥੋਂ ਤੱਕ ਅਦਾਲਤ ਦਾ ਫੈਸਲਾ ਆਇਆ ਹੈ, ਉਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਇਹ ਜਾਂਚ ਨੂੰ ਵੀ ਪ੍ਰਭਾਵਿਤ ਕਰ ਸਕਦੇ ਨੇ, ਇਸ ਕਰਕੇ ਇਹਨਾਂ ਦੀ ਜਿਹੜੀ ਬੇਲ ਹੈ ਉਹ ਖਾਰਜ ਕੀਤੀ ਜਾਂਦੀ ਆ। ਦੇਖੋ ਇਹਨਾਂ ਨੂੰ ਜਦੋਂ ਬੇਲ ਨਹੀਂ ਮਿਲੀ ਇਹ ਰੂਪੋਸ਼ ਰਹੇ, ਉਸ ਤੋਂ ਬੇਲ ਮਿਲਣ ਤੋਂ ਬਾਅਦ ਵੀ ਆ ਕੇ ਇਹਨਾਂ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ। ਮੇਰੇ ਹਿਸਾਬ ਨਾਲ ਇਹਨਾਂ ਨੂੰ ਕੋਈ ਇਹੋ ਜਿਹੇ ਕੰਮ ਨਹੀਂ ਸੀ ਕਰਨੇ ਚਾਹੀਦੇ। ਜਦੋਂ ਕੋਰਟ ਆ, ਕੋਰਟ ਦਾ ਸਨਮਾਨ ਕਰਨਾ ਚਾਹੀਦਾ। ਇਹ ਰੂਪੋਸ਼ ਰਹੇ ਜਾਂ ਤੁਸੀਂ ਲੋਕ ਨਹੀਂ ਫੜ ਸਕੇ, ਤੁਹਾਡੀ ਸਰਕਾਰ ਹੈ, ਕਾਨੂੰਨ ਦਾ ਰਾਜ ਐਸਟੈਬਲਿਸ਼ ਨਹੀਂ ਕਰ ਸਕੀ, ਤੁਸੀਂ ਨਾਕਾਮ ਰਹੇ ਜਾਂ ਇਹ ਰੂਪੋਸ਼ ਹੋ ਗਏ ਸੀ? ਨਹੀਂ ਨਹੀਂ ਜੀ, ਨਹੀਂ, ਅਸੀਂ ਕੋਈ ਨਾਕਾਮ ਨਹੀਂ ਰਹੇ, ਇਹ ਰੂਪੋਸ਼ ਰਹੇ। ਇਹਨਾਂ ਨੂੰ ਆਪ ਪਤਾ ਹੈ, ਕਈਆਂ ਨੂੰ ਕਹਿੰਦੇ ਰਹੇ ਕਿ ਮੈਂ ਇੱਥੇ ਸੀ, ਮੈਂ ਇੱਥੇ ਸੀ। ਚਲੋ ਇਹ ਕਿ ਵੱਖਰਾ ਨਰਿੰਦਰ ਸੰਧੂ, ਵੱਖਰਾ ਨਹੀਂ ਨਾ ਹੈਗਾ ਸਰ, ਵੱਖਰਾ ਨਹੀਂ ਹੈਗਾ। ਲੋਕ ਜਾਨਣਾ ਚਾਹੁੰਦੇ ਆ, ਸਾਡੇ ਦਰਸ਼ਕ ਜਾਨਣਾ ਚਾਹੁੰਦੇ ਆ। ਤੁਸੀਂ ਇਹ ਤਾਂ ਦੱਸੋ ਨਾ, ਬਿਕਰਮ ਸਿੰਘ ਮਜੀਠੀਆ ਉਦੋਂ ਹੈ ਕਿੱਥੇ ਸੀ? ਉਹ ਠੀਕ ਹੈ, ਲੀਗਲ ਰੈਮੇਡੀ ਲੈਣਗੇ, ਉਹ ਆਪਦੀ, ਉਹਨਾਂ ਦਾ ਹੱਕ ਹੈ, ਲੈ ਰਹੇ ਨੇ ਉਹ। ਪਰ ਤੁਸੀਂ ਤਾਂ ਦੱਸੋ ਨਾ ਸਰ, ਕਿੱਥੇ ਸੀ ਬਿਕਰਮ ਸਿੰਘ ਮਜੀਠੀਆ ਉਹਨਾਂ ਦਿਨਾਂ 'ਚ? ਇਹ ਗੱਲ ਪੁੱਛਣੀ ਹੈ ਤੇ ਤੁਸੀਂ ਕੇਪੀ ਸਿੰਘ ਜੀ ਨੂੰ ਆਪਣਾ ਮੈਲੀ ਸਾਹਿਬ ਨੂੰ ਪੁੱਛ ਸਕਦੇ ਜੇ, ਮਜੀਠੀਆ ਸਾਹਿਬ ਨੂੰ ਪੁੱਛ ਸਕਦੇ ਜੇ, ਮੈਂ ਥੋੜੀ ਦੱਸ ਸਕਦਾ ਕਿੱਥੇ ਸੀ। ਰੂਪੋਸ਼ ਰਹੇ, ਉਹ ਸਾਰੀ ਦੁਨੀਆ ਨੂੰ ਪਤਾ ਰੂਪੋਸ਼ ਰਹੇ। ਜੇ ਕੋਈ ਪੰਜਾਬ ਵਿੱਚ ਸੀ ਜਾਂ ਕਿਤੇ ਹੋਰ ਸੀ ਸਰ ਸੰਧੂ ਸਾਹਿਬ? ਨਹੀਂ ਨਹੀਂ, ਤੇ ਇਹ ਤਾਂ ਮੈਨੂੰ ਕੁਐਸਚਨ ਪੁੱਛਣਾ ਬਣਦਾ ਹੀ ਨਹੀਂਗਾ। ਨਹੀਂ ਸਰ, ਤਾਂ ਪੁੱਛ ਰਹੇ ਨਾ, ਤਾਂ ਪੁੱਛ ਰਹੇ ਆ। ਅਕਾਲੀ ਦਲ ਤੁਹਾਨੂੰ ਓਪਨਲੀ ਚੈਲੰਜ ਕਰ ਰਿਹਾ ਸੀਗਾ ਕਿ ਇਹਨਾਂ ਨੇ ਤਸਵੀਰ ਪਾਈ ਸੀ ਆਪਦੇ ਫੇਸਬੁੱਕ ਪੇਜ ਤੇ। ਮੈਨੂੰ ਨਹੀਂ ਪਤਾ ਤਸਵੀਰ ਕਦੋਂ ਦੀ ਆ, ਗ੍ਰਹਿ ਮੰਤਰੀ ਕਹਿੰਦੇ ਤਸਵੀਰ ਹੁੰਦੀ ਨਹੀਂ ਹੈਗੀ। ਇਹ ਤਾਂ ਸਪਸ਼ਟੀਕਰਨ ਦੇ ਸਕਦੇ ਹੋ ਨਾ ਤੁਸੀਂ ਸਰ? ਉਹ ਤਸਵੀਰ ਪਾਈ ਜਾਂ ਤਸਵੀਰ ਹੁੰਦੀ ਸੀ ਜਾਂ ਬਾਅਦ ਦੀ ਸੀ, ਉਹ ਗੱਲ ਨਹੀਂ। ਗੱਲ ਹੈ ਵੀ ਤੁਸੀਂ ਮੈਨੂੰ ਕੁਐਸਚਨ ਕੀਤਾ ਵੀ ਤੁਹਾਨੂੰ ਪਤਾ, ਸਾਨੂੰ ਕਿੱਥੋਂ ਪਤਾ ਹੋ ਸਕਦਾ? ਅਸੀਂ ਮਜੀਠੀਆ ਥੋੜੇ ਲੁਕਾ ਕੇ ਰੱਖਿਆ ਸੀ, ਉਹ ਤੇ ਆਪ ਲੁਕਿਆ ਸੀ। ਸਾਡਾ ਇਹ 'ਚ ਕੋਈ ਰੋਲ ਨਹੀਂਗਾ। ਇਹ ਤੁਹਾਨੂੰ ਮੈਂ ਸਪਸ਼ਟ ਕਹਿਣਾ, ਸਾਡਾ ਇਹ 'ਚ ਕਾਹਦਾ ਰੋਲ ਹੈ? ਚਲੋ ਮੈਂ ਇੱਕ ਹੋਰ ਸਵਾਲ ਕਰ ਲੈਣਾ ਸੰਧੂ ਸਾਹਿਬ, ਮੈਂ ਇੱਕ ਹੋਰ ਸਵਾਲ ਕਰਨਾ, ਤੁਸੀਂ ਬੜੇ ਸਿਆਣੇ ਬੰਦੇ ਹੋ ਸੰਧੂ ਸਾਹਿਬ ਜੀ। ਬਿਕਰਮ ਸਿੰਘ ਮਜੀਠੀਆ ਨੂੰ ਸਿਕਿਉਰਿਟੀ ਮਿਲੀ ਹੋਈ ਹੈ ਸਰ? ਜੀ, ਸਿਕਿਉਰਿਟੀ ਕਿਹੜੀ ਮਿਲੀ ਹੋਈ ਹੈ ਸਰ? ਸੈਂਟਰ ਦੀ ਹੈ, ਸਟੇਟ ਦੀ ਹੈ ਸਰ, ਜਾਂ ਦੋਨੋਂ ਇਕੱਠੀਆਂ ਸਰ? ਸਟੇਟ ਦੀ ਹੈ। ਸਟੇਟ ਦੀ ਹੈ। ਸਟੇਟ ਦੀ ਹੈ। ਹਾਂ, ਸਟੇਟ ਦੀ ਸਿਕਿਉਰਿਟੀ ਬਿਕਰਮ ਸਿੰਘ ਮਜੀਠੀਆ ਦੇ ਉਹਨਾਂ ਦਿਨਾਂ ਵਿੱਚ ਨਾਲ ਸੀ ਜਾਂ ਨਹੀਂ ਸਰ? ਦੇਖੋ ਕੇਪੀ ਸਿੰਘ ਜੀ, ਤੁਸੀਂ ਫੇਰ ਉਹੀ ਗੱਲ ਕਰ ਰਹੇ ਹੋ, ਸਿਕਿਉਰਿਟੀ ਮਿਲੀ ਜਾਂ ਨਹੀਂ ਮਿਲੀ ਜਾਂ ਰੂਪੋਸ਼ ਸੀ। ਤੁਸੀਂ ਮੈਨੂੰ ਸਿਰਫ ਸਿੰਪਲ ਕੁਐਸਚਨ ਕੀਤਾ ਵੀ ਤੁਹਾਨੂੰ ਪਤਾ ਸੀ, ਮੈਂ ਉਹਦਾ ਬਿਲਕੁਲ ਲੌਜੀਕਲੀ ਆਨਸਰ ਦੇ ਦਿੱਤਾ, ਨਹੀਂ, ਨਾ ਸਾਨੂੰ ਪਤਾ ਸੀ, ਨਾ ਪੰਜਾਬ ਸਰਕਾਰ ਨੂੰ ਕਿਤੇ ਪਤਾ ਸੀ। ਦੇਖੋ ਜਿਹੜਾ ਬੰਦਾ ਲੁਕ ਗਿਆ ਕਿਤੇ, ਉਹਨੂੰ ਕਿੱਥੇ ਹੈ? ਉਹਨੂੰ ਕੋਈ ਬੰਦਾ ਲੱਭਣਾ ਚਾਹੇ ਤੇ ਜੇ ਲੱਭਣਾ ਚਾਹੇ ਤੇ ਲੱਭ ਸਕਦਾ, ਜੇ ਨਹੀਂ ਲੱਭਣਾ ਚਾਹੇ ਤਾਂ ਨਹੀਂ ਲੱਭ ਸਕਦਾ। ਚਲੋ ਠੀਕ ਹੈ, ਮੈਂ ਵਾਪਸ ਆ ਜਾਊਂਗਾ ਤੁਹਾਡੇ ਕੋਲ। ਜਸਕਰਨ ਸਿੰਘ ਮਦਸ਼ਾ, ਹਾਂਜੀ, ਤੁਸੀਂ ਵਾਰ-ਵਾਰ ਕਹਿੰਦੇ ਹੋ ਫ੍ਰੈਂਡਲੀ ਮੈਚ ਖੇਡਦੇ ਆ, ਫ੍ਰੈਂਡਲੀ ਮੈਚ ਖੇਡਦੇ ਆ, ਜੇ ਉਹਨਾਂ ਨੇ FIR ਕਰਤੀ ਤਾਂ ਤੁਹਾਡੇ ਸਵਾਲ ਆ ਸਰ। ਜਸਕਰਨ ਸਿੰਘ ਮਦਸ਼ਾ, ਕਿਤੇ ਦਾ ਸਟੈਂਡ ਕਰੋ ਨਾ ਸਰ, ਕਿਸੇ ਦਾ ਵਿਸ਼ਵਾਸ ਕਰੋ, ਜਾਂ ਨਹੀਂ ਕਰਨਾ ਆਪਾਂ, ਜਾਂ ਆਪਾਂ ਸਿਰਫ ਇਲਜ਼ਾਮ ਹੀ ਲਾਉਣੇ ਆ? ਸਾਡਾ ਕੇਪੀ ਸਿੰਘ ਜੀ ਸਟੈਂਡ ਬੜਾ ਸਪੈਸ਼ਟ ਹੈ ਸਾਡੀ ਪਾਰਟੀ ਦਾ। ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਇਕੱਠੀਆਂ ਹੋਈਆਂ ਬਿਕਰਮਜੀਤ ਸਿੰਘ ਜੀ ਮਜੀਠੀਆ ਦੇ ਖਿਲਾਫ ਕਾਫੀ ਸਮੇਂ ਤੋਂ ਐਸਟੈਬਲਿਸ਼ਮੈਂਟ ਹੋ ਰਹੀ ਸੀਗੀ, ਐਸਟੈਬਲਿਸ਼ ਕਰਦੀਆਂ, ਜਿਸ ਤਰ੍ਹਾਂ ਜਿਹੜਾ ਮੁੱਖ ਕੀ ਪਿੰਨ ਹੈਗਾ, ਸੱਤਾ ਹੈਗਾ, ਉਹਨਾਂ ਨੇ ਬਹੁਤ ਸਾਰੀਆਂ ਫੋਟੋਗ੍ਰਾਫ ਇਹਨਾਂ ਦੇ ਘਰ ਆਉਣਾ ਜਾਣਾ, ਲਗਾਤਾਰ ਗੱਡੀਆਂ 'ਚ ਘੁੰਮਦੇ ਫਿਰਨਾ, ਬਹੁਤ ਸਾਰੇ ਪੁਲਿਸ ਅਫਸਰਾਂ ਦੀਆਂ ਇਨਵੈਸਟੀਗੇਸ਼ਨ ਰਿਪੋਰਟਸ ਸੀਗੀਆਂ, ED ਦੀਆਂ ਰਿਪੋਰਟਸ ਸੀਗੀਆਂ, ਸਰ ਨਿਰੰਜਨ ਸਿੰਘ ਦੀਆਂ ਸਪੈਸ਼ਟ ਸੀਗੇ ਵੀ ਇਹਨਾਂ ਦੀ ਇਨਵੋਲਵਮੈਂਟ ਪੈਸੇ ਦਾ ਸੱਜਾ ਖੱਬਾ ਸਾਰਾ। ਚਲੋ ਅਸੀਂ ਡਿਟੇਲ 'ਚ ਮੈਂ ਜਾਊਂਗਾ। ਫਿਰ ਉਸ ਤੋਂ ਬਾਅਦ ਜਿਹੜਾ ਲੰਮਾ ਸਮੇਂ ਤੋਂ ਜਿਹੜੀ ਕਵਾਇਦ ਚੱਲਦੀ ਆ ਰਹੀ ਸੀ ਕਿ ਮਜੀਠੀਆ ਸਾਹਿਬ ਕਿਤੇ ਨਾ ਕਿਤੇ ਇਨਵੋਲਵ ਹੈ ਨੇ, ਪਰ ਸਾਡੀ ਪਾਰਟੀ ਸਪਸ਼ਟ ਕਹਿੰਦੀ ਵੀ ਇਹਨਾਂ ਦੀ ਚਿੱਟੇ ਦੇ ਤਸਕਰੀ, ਚਿੱਟੇ ਦੀ ਸਾਰੇ ਕਾਲੇ ਸਾਮਰਾਜ ਦੇ ਵਿੱਚ ਇਹਨਾਂ ਇਨਵੋਲਵਮੈਂਟ ਹੈ। ਔਰ ਉਹਦੇ ਬਾਅਦ 'ਚ ਜਿਹੜਾ ਸਾਨੂੰ ਇਹ ਵੀ ਨਾਲ ਪਤਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਲਗਾਤਾਰ ਉਲਝਾਉਂਦੇ ਰਹੇ ਇਸ ਕੇਸ ਨੂੰ, ਜਾਣ ਬੁੱਝ ਕੇ ਉਲਝਾਇਆ, ਲੰਮਾ ਸਮਾਂ ਉਲਝਾਉਂਦੇ ਰਹੇ, ਟਾਲਦੇ ਰਹੇ। ਉਹਦੇ ਵਿੱਚ ਅਸੀਂ ਇੱਕ ਚੀਜ਼ ਸਪਸ਼ਟ ਕਰ ਦਿੰਦੇ ਕਿ ਸਾਨੂੰ ਕਾਨੂੰਨ ਤੇ ਭਰੋਸਾ, ਪਰ ਕਾਨੂੰਨ ਉਦੋਂ ਕਾਰਵਾਈ ਕਰਦਾ ਜਦੋਂ ਉਹਦੇ ਸਾਹਮਣੇ ਫਾਈਲ ਪੇਸ਼ ਹੁੰਦੀ ਹੈ। ਜਦੋਂ ਫਾਈਲ ਹੀ ਨਹੀਂ ਢਿੱਲੀਆਂ ਮੱਠੀਆਂ ਪੇਸ਼ ਹੁੰਦੀਆਂ ਰਹੀਆਂ ਜਾਂ ਕਰਦੇ ਨਹੀਂ ਰਹੇ ਤੇ ਇਨਸਾਫ ਕਿੱਥੋਂ ਹੋਣਾ ਸੀ? ਥੋੜੇ ਦਿਨ ਪਹਿਲਾਂ ਮੈਂ ਤੁਹਾਡੀ ਗੱਲ ਅੱਗੇ ਵਧਾ ਰਿਹਾ ਸਰ, ਤੁਹਾਡੀ ਗੱਲ ਮੇਰੀ ਆਪਦੀ ਕੋਈ ਗੱਲ ਨਹੀਂ ਹੈਗੀ ਸਰ, ਤੁਹਾਡੀ ਗੱਲ ਨੂੰ ਅੱਗੇ ਵਧਾਊਂਗਾ ਸਰ ਜਿੰਨੇ ਤੁਸੀਂ ਬੈਠੇ ਹੋ ਸਾਰੇ। ਮਦੇਸ਼ਾ ਜੀ, ਮੈਨੂੰ ਇਹ ਚੀਜ਼ ਦੱਸੋ, ਤੁਸੀਂ ਕਹਿੰਦੇ ਸੀਗੇ ਵੀ ਹੁਣ ਵੀ ਤੁਸੀਂ ਕਿਹਾ ਕੈਪਟਨ ਅਮਰਿੰਦਰ ਸਿੰਘ ਢਿੱਲ-ਮੱਠ ਦੀ ਕਾਰਵਾਈ ਕਰਦੇ ਸੀਗੇ, ਫਿਰ ਮਿਸਟਰ ਚੰਨੀ ਨੂੰ ਸ਼ਾਬਾਸ਼ ਦੇ ਦਿਓ, ਮਿਸਟਰ ਸਿੱਧੂ ਨੂੰ ਦੇ ਦਿਓ, ਮਿਸਟਰ ਰੰਧਾਵਾ ਨੂੰ ਦੇ ਦਿਓ, ਕਿ ਨਹੀਂ ਇਹਨਾਂ ਨੇ ਵੀ ਗਲਤ ਕੰਮ ਕੀਤਾ? ਦੇਖੋ ਪ੍ਰੈਸ
ਪ੍ਰੈਸ਼ਰ ਇੰਨਾ ਜ਼ਿਆਦਾ ਭਾਜੀ ਹੋ ਗਿਆ, ਇੰਨਾ ਪ੍ਰੈਸ਼ਰ ਜਾਂ ਪੰਜਾਬ ਦੀ ਜਨਤਾ ਦਾ ਹੋ ਗਿਆ, ਕਿਉਂਕਿ ਹਜ਼ਾਰਾਂ ਨੌਜਵਾਨ ਮਰ ਰਹੇ ਨੇ, ਹਜ਼ਾਰਾਂ ਤੋਂ ਤੇ ਕੁੜੀਆਂ ਵੀ ਇਨਵੋਲਵ ਹੋ ਗਈਆਂ ਵਿੱਚ। ਇੰਨਾ ਜ਼ਿਆਦਾ ਬੁਰਾ ਹਾਲ ਹੋ ਗਿਆ ਪੰਜਾਬ ਦਾ। ਇਲੈਕਸ਼ਨ ਵਾਲੇ ਦਿਨਾਂ ਦੇ ਵਿੱਚ ਇਹਨਾਂ ਇਹ ਸੋਚਿਆ ਸੀਗਾ ਵੀ ਢਿੱਲਾ ਮੱਠਾ ਪਰਚਾ ਕਰ ਦੇਣਾ, ਚਲੋ ਕੋਰਟ ਨੇ ਬਾਈ ਚਾਂਸ ਉਹਦਾ ਸੰਗਿਆਨ ਲੈ ਲਿਆ ਤੇ ਗਾੜੀ ਗੱਲ ਵੱਧ ਗਈ। ਇੱਕ ਮੈਂ ਚੀਜ਼ ਕਹਿਣਾ ਚਾਹੁੰਦਾ, ਜਿਸ ਦਿਨ ਮਜੀਠੀਆ ਸਾਹਿਬ ਬਾਹਰ ਆਏ ਸੀਗੇ, ਸੌਰੀ ਉਹਨਾਂ ਨੂੰ ਜ਼ਮਾਨਤ ਮਿਲੀ ਸੀਗੀ, ਬੜੀ ਹਿੱਕ ਥਾਪੜ ਕੇ ਠੋਕ ਵਜਾ ਕੇ ਸੀਗਾ ਕਿ ਮੈਂ ਸ਼ੁਕਰੀਆ ਕੀਤੇ ਸੀਗੇ। ਰੋਜ਼ ਤੇ ਕਹਿੰਦੇ ਚੰਨੀ ਸਾਹਿਬ ਤੇ ਨਾਲ ਸਾਰਿਆਂ ਨੂੰ ਮੈਂ ਟੈਲੀਫੋਨ ਕਰਦੇ ਮੇਰੇ ਨਾਲ ਗੱਲ ਹੁੰਦੀ ਸੀਗੀ। ਥੋੜੇ ਦਿਨ 3-4 ਦਿਨ ਦੀ ਸਟੋਰੀ ਹੈ, 5-7 ਦਿਨ ਦੀ, ਕੋਈ ਲੰਮੀ ਚੌੜੀ ਸਟੋਰੀ ਨਹੀਂ। ਔਰ ਉਸ ਤੋਂ ਬਾਅਦ ਇਹ ਜਿੱਦਾਂ ਅਸੀਂ ਕਹਿ ਰਹੇ ਸੀਗੇ ਕਿ ਇਹਨਾਂ ਦੀ ਇਨਵੋਲਵਮੈਂਟ ਹੈਗੀ ਆ, ਇੱਕ ਚੀਜ਼। ਦੂਸਰੀ ਗੱਲ, ਇਹ ਸਰਕਾਰਾਂ ਰਲ ਮਿਲ ਕੇ ਫਰੈਂਡਲੀ ਮੈਚ ਖੇਡਦੀਆਂ ਰਹੀਆਂ, ਬਚਾਉਂਦੀਆਂ ਰਹੀਆਂ। ਔਰ ਤੋਂ ਬਾਅਦ ਤੀਸਰੀ ਗੱਲ ਇਹ ਸਾਡੀ ਹੈਗੀ, ਸਾਨੂੰ ਅਦਾਲਤਾਂ ਤੇ ਪੂਰਾ ਭਰੋਸਾ ਵਾ। ਅੱਜ ਜੇ ਪਿਛਲੀ ਡਿਸਕਸ਼ਨ ਦੇ ਵਿੱਚ ਆਪਾਂ ਇਹ ਗੱਲ ਕੀਤੀ ਕਿ ਬੜਾ ਵੱਡਾ ਇੱਕ ਪੰਜਾਬ ਦੇ ਅੰਦਰ ਡਰੱਗ ਪੈਡਲਰਸ ਨੂੰ ਇੱਕ ਬੜੀ ਵੱਡੀ ਐਗਜ਼ਾਮਪਲ ਮਿਲ ਜਾਣੀ ਆ ਵਕੀਲਾਂ ਨੂੰ ਗਾਲੀ ਜਾਣ ਲਈ ਕਿ ਬਿਕਰਮਜੀਤ ਸਿੰਘ ਮਜੀਠੀਆ ਦੀ ਹਜ਼ਾਰਾਂ ਕਰੋੜ ਦੇ ਡਰੱਗ ਕੇਸ ਵਿੱਚ ਜ਼ਮਾਨਤ ਹੋ ਗਈ ਤੇ 100-200 ਦੀਆਂ ਪੁੜੀਆਂ ਵੇਚਣ ਵਾਲਿਆਂ ਦੀ ਜ਼ਮਾਨਤ ਹੋਇਆ ਕਰੇਗੀ। ਅੱਜ ਅਦਾਲਤ ਨੇ ਬੜਾ ਵੱਡਾ ਫੈਸਲਾ ਕੀਤਾ, ਬਹੁਤ ਸਾਰਿਆਂ ਨੂੰ ਸੁਖਦਾਇਕ ਹੋਊ, ਕਈਆਂ ਲਈ ਦੁਖਦਾਇਕ ਵੀ। KP ਸਿੰਘ ਜੀ, ਇੱਕ ਚੀਜ਼ ਹੋਰ ਮੈਂ ਗੱਲ ਕਹਿਣੀ ਚਾਹੁੰਦਾ, ਬੜੀ ਇੰਪੋਰਟੈਂਟ ਹੈਗੀ ਹੈ ਇਸ ਮਾਮਲੇ ਦੇ ਵਿੱਚ। ਜਦੋਂ ਚੀਜ਼ਾਂ ਨੂੰ ਪੋਲੀਟੀਸਾਈਜ਼ ਕੀਤਾ ਜਾਂਦਾ, ਭਾਵੇਂ ਉਹ ਫਰੈਂਡਲੀ ਭਾਵੇਂ ਅਨਫਰੈਂਡਲੀ, ਇੱਕ ਚੀਜ਼ ਹੈਗੀ ਆ ਕਿ ਜੇ ਕੋਈ ਰਾਜਨੀਤਿਕ ਬੰਦਾ ਜਾਂ ਵੱਡੀ ਸ਼ਖਸੀਅਤ ਆ ਜਿਹਦੇ ਉੱਤੇ ਇੰਨਾ ਵੱਡਾ ਇਲਜ਼ਾਮ ਲੱਗਾ, ਜੇ ਬਹੁਤ ਸਾਰੀਆਂ ਸક્ષਮ ਪੰਜਾਬ ਪੁਲਿਸ ਹੈਗੀ ਆ, ਸਮਰੱਥ ਹੈ, ਪ੍ਰੋਫੈਸ਼ਨਲ ਹੈ ਪੰਜਾਬ ਪੁਲਿਸ ਤੇ ਕੋਈ ਸ਼ੱਕ ਨਹੀਂ ਹੈਗਾ ਉਹਨਾਂ ਦੀ ਕਾਰਗੁਜ਼ਾਰੀ ਦੇ ਵਿੱਚ। ਜੇ ਅਫਸਰ ਆਪਣੀ ਆਈ ਤੇ ਆ ਜਾਣ ਤੇ ਜਦੋਂ ਇਹਨਾਂ ਨੇ ਇਨਕੁਆਇਰੀ ਕੀਤੀ ਸੀਗੀ, ਜੇ ਉਹ ਸੱਚੇ ਸੀਗੇ ਤੇ ਬਾਹਰ ਹੋਣੇ ਚਾਹੀਦੇ ਸੀਗੇ। ਉਹਨਾਂ ਦਾ ਪਰਿਵਾਰ ਨੂੰ ਦੁੱਖ, ਉਹਨਾਂ ਦੇ ਰਿਸ਼ਤੇ ਨੂੰ, ਉਹਨਾਂ ਦੇ ਸਮਾਜਿਕ ਤਾਣੇਬਣ ਨੂੰ ਇਹਨਾਂ ਨੁਕਸਾਨ ਪਹੁੰਚਦਾ। ਔਰ ਜੇਕਰ ਦੋਸ਼ੀ ਸੀਗੇ, ਇੰਨਾ ਪੁਰਾਣਾ ਕੇਸ ਸੀਗਾ, ਉਦੋਂ ਫੜ ਕੇ ਅੰਦਰ ਕਿਉਂ ਨਹੀਂ ਦਿੱਤਾ ਗਿਆ? ਇਹ ਸਾਨੂੰ ਬਹੁਤ ਵੱਡਾ ਕੁਐਸਚਨ ਹੈਗਾ ਕਿਸੇ ਦੀ ਪਰਸਨੈਲਿਟੀ ਨੂੰ। ਜੇ ਦੋਸ਼ੀ ਸੀ ਅੰਦਰ ਹੋਣਾ ਚਾਹੀਦਾ ਸੀ, ਨਿਰਦੋਸ਼ ਦਾ ਉਦੋਂ ਬਾਹਰ ਹੋਣਾ ਚਾਹੀਦਾ ਸੀਗਾ। ਪਰ ਇਹ ਕਾਲੇ ਮਾਲੇ ਨਾਲ ਸਰਕਾਰਾਂ ਦੇ ਹੈਗੇ ਨਾ, ਉਹਨਾਂ ਨੂੰ ਸਾਰੀ ਦੁਨੀਆ ਨੂੰ ਪਤਾ ਹੈਗਾ, ਪੰਜਾਬ ਨੂੰ ਪਤਾ, ਸਾਡੀ ਪਾਰਟੀ ਸਪਸ਼ਟ ਸਾਫ਼ ਸਟੈਂਡ ਆ। ਅਸੀਂ ਸਾਡੀ ਸਰਕਾਰ ਆਉਣ ਵਾਲੀ ਆ, ਅਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾਂਗੇ, ਜ਼ਰੂਰ ਕਰਾਂਗੇ, ਹਰ ਹਾਲਤ ਦੇ ਵਿੱਚ ਕਰਾਂਗੇ। ਚਲੋ ਮੈਂ ਵੈਸੇ ਬ੍ਰੇਕ ਲੈਣੀ ਸੀ, ਬ੍ਰੇਕ ਜਾਣ ਤੋਂ ਪਹਿਲਾਂ ਇੱਕ ਸਵਾਲ ਦਾ ਤੁਹਾਡੇ ਨਾਲ, ਜੇ ਸਰਕਾਰ ਆ ਗਈ ਸਰ, ਉਹ ਮਾਫੀਨਾਮੇ ਦਾ ਕੀ ਹੋਊਗਾ ਜਿਹੜਾ ਤੁਸੀਂ ਦਿੱਤਾ ਸੀ? ਅਸੀਂ ਦੋ ਗੱਲਾਂ KP ਸਿੰਘ ਜੀ, ਬੜੀ ਇੰਪੋਰਟੈਂਟ ਗੱਲ ਉਹਦੇ ਵਿੱਚ। ਸਾਡੀ ਪਾਰਟੀ ਨੂੰ ਪਤਾ ਲੱਗ ਗਿਆ ਸੀਗਾ, ਉਹੀ ਜਿਹੜੀ ਮੈਂ ਹੁਣ ਫਰੈਂਡਲੀ ਮੈਚ ਦੀ ਗੱਲ ਕਰ ਰਿਹਾ ਕਿ ਫਰੈਂਡਲੀ ਮੈਚ ਸੀਗਾ, ਇਹ ਨੂਰਾ ਕੁਸ਼ਤੀ ਸੀਗੀ। ਅਸੀਂ ਆਪਣੇ ਕਨਵੀਨਰ ਨੂੰ ਥੋੜਾ ਮੈਂ ਸਰ ਡਿਟੇਲ ਨਹੀਂ ਮੰਗੀ ਸਰ, ਮੈਂ ਡਿਟੇਲ ਨਹੀਂ ਮੰਗੀ ਜਸਕਰਨ ਸਿੰਘ ਜੀ, ਤੁਸੀਂ ਵਾਰ-ਵਾਰ ਡਿਟੇਲ ਰੱਖ ਚੁੱਕੇ ਹੋ। ਮੇਰਾ ਸਵਾਲ ਬੜਾ ਸਿੰਪਲ ਹੈ ਸਰ, ਸਰਕਾਰ ਇੱਕ ਮਿੰਟ ਸਰ ਸੰਜੇ ਸਿੰਘ ਜੀ ਅਜੇ ਵੀ ਕੇਸ ਚੱਲ ਰਿਹਾ ਨਾ। ਚਲੋ ਸਰ, ਮੈਂ ਇੱਕ ਸਵਾਲ ਕੀਤਾ ਸੀਗਾ, ਜੇ ਸਰਕਾਰ ਆ ਗਈ, ਇੱਕ ਮਿੰਟ ਸਰ ਸੁਣ ਤਾਂ ਲਓ ਨਾ ਜਸਕਰਨ ਜੀ ਸਵਾਲ ਤਾਂ ਸੁਣ ਲਓ ਨਾ ਸਰ, ਸਵਾਲ ਤਾਂ ਸੁਣ ਲਓ। ਜੇ ਤੁਹਾਡੀ ਸਰਕਾਰ ਆ ਗਈ, ਉਸ ਮਾਫੀਨਾਮੇ ਦਾ ਕੀ ਕਰੋਗੇ ਸਰ? ਕੋਰਟ ਵਿੱਚ ਦਿੱਤਾ ਸੀਗਾ ਜਾਂ ਪਰਸਨਲ ਫੜਾਇਆ ਸੀ ਸਰ? ਭਾਜੀ ਇਹ ਹੈਗਾ ਕਿ ਇਹਨਾਂ ਨੇ ਜੋ ਬਣਦੀ ਕਾਨੂੰਨੀ ਕਾਰਵਾਈ ਇਨਕੁਆਇਰੀ ਕਰਨ ਵਾਲਾ ਜਿਹੜਾ ਤਾਕਤ ਸੀਗੀ, ਉਹਨਾਂ ਨੂੰ ਪ੍ਰਭਾਵਿਤ ਕੀਤਾ ਸੀਗਾ ਇਹਨਾਂ ਨੇ। ਅਸੀਂ ਫੇਅਰ ਐਂਡ ਫਾਈਨ ਜਿਹੜੀ ਇਨਕੁਆਇਰੀ ਕਰਾਵਾਂਗੇ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜ਼ਰੂਰ ਕਰਾਂਗੇ। ਜੇ ਸਜ਼ਾ ਦੇ ਹੱਕਦਾਰ ਹੋਣਗੇ ਸਜ਼ਾ ਦਵਾਵਾਂਗੇ, ਜੇ ਸਾਫ਼ ਹੋਣਗੇ ਰਿਸਪੈਕਟ ਕਰਾਂਗੇ। ਨਹੀਂ ਭਾਜੀ ਇਹ ਬੰਦੇ ਨਾਲ ਨਜਾਇਜ਼ ਹੋਈ ਜੀ, ਇੰਨੇ ਸਾਲ ਤੋਂ ਵਿਚਾਰਾ ਖੱਜਲ ਹੋ ਰਿਹਾ, ਗਲਤ ਹੋਇਆ, ਪਰ ਇਹ ਹੈ ਕਿ ਉਹਦੇ ਚ ਰਾਜਨੀਤਿਕ ਦਖਲਅੰਦਾਜ਼ੀ ਨਹੀਂ ਕਰਨੀ। ਚਲੋ ਮੈਂ ਇੱਕ ਛੋਟਾ ਬ੍ਰੇਕ ਲੂੰਗਾ, ਬ੍ਰੇਕ ਤੋਂ ਵਾਪਸ ਆਊਂਗਾ। ਮਿਸਟਰ ਬਾਠ ਦਾ ਟੇਕ ਵੀ ਬੜਾ ਜ਼ਰੂਰੀ ਹੈਗਾ, ਕਿਉਂਕਿ ਵਕੀਲਾਂ ਨੂੰ ਪਤਾ ਹੁੰਦਾ ਕਿ ਕਾਰਵਾਈ ਹੋਈ ਕੀ ਹੈ, ਜ਼ਿਰਾ ਹੋਈ ਕੀ ਹੈ ਤੇ ਉਹਦੇ ਵਿੱਚ ਨੁਕਤੇ ਹੈ ਕੀ ਹੈ। ਲੋਕੇਸ਼ਨ ਦੱਸਣ ਦੇ ਲਈ ਇਸ ਤੋਂ ਪਹਿਲਾਂ ਕਿਹਾ ਗਿਆ ਸੀਗਾ, ਹੁਣ ਕੀ ਕਸਟੋਡੀਅਲ ਜਿਹੜੀ ਇੰਟਰੋਗੇਸ਼ਨ ਉਹਦੀ ਲੋੜ ਹੈ ਜਾਂ ਨਹੀਂ ਹੈ? ਬਿਕਰਮ ਸਿੰਘ ਮਜੀਠੀਆ ਨੂੰ ਦੁਬਾਰਾ ਪੇਸ਼ ਹੋਣ ਲਈ ਕਿਹਾ ਜਾਊਗਾ ਜਾਂ ਗ੍ਰਿਫਤਾਰ ਕੀਤਾ ਜਾਊਗਾ? ਕੀ ਹੈਗਾ ਰਾਹ, ਕੀ ਹੈਗਾ ਮਿਸਟਰ ਮਜੀਠੀਆ ਕੋਲੇ? ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਮਿਸਟਰ ਬਾਠ ਕੋਲੋਂ। ਵਾਪਸ ਆ ਰਿਹਾ ਮਜੀਠੀਆ ਖਿਲਾਫ ਕੱਸਦਾ ਕਾਨੂੰਨੀ ਸ਼ਿਕੰਜਾ ਪੰਜਾਬ ਦੇ ਸਿਆਸੀ ਦੰਗਲ ਨੂੰ ਕਿੱਧਰ ਜਾਵੇਗਾ? ਮਿਸਟਰ ਬਾਠ ਮੈਂ ਆ ਰਿਹਾ, ਇੱਕ ਮਿੰਟ ਮਿਸਟਰ ਮੈਣੀ ਦਾ ਟੇਕ ਲੈਣਾ, ਬੋਲੋ ਜੀ ਫਟਾਫਟ ਪਲੀਜ਼। ਮੈਂ ਇੱਕ ਗੱਲ ਉਠਾਉਣੀ ਸੀ, ਤੁਸੀਂ ਉਸ ਤੋਂ ਪਹਿਲਾਂ ਉਹਨਾਂ ਦੀ ਮਾਫੀਨਾਮੇ ਬਾਰੇ ਗੱਲ ਕਰ ਹੀ ਦਿੱਤੀ ਆ। ਵਿਦੇਸ਼ਾਂ ਸਾਹਿਬ ਬਹੁਤ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨ ਬਾਰੇ ਗੱਲ ਕਰਦੇ ਆ, ਕਹਿੰਦੇ ਸੰਜੇ ਸਿੰਘ ਤੇ ਕੇਸ ਚੱਲ ਰਿਹਾ। ਤੁਹਾਡਾ ਕਨਵੀਨਰ ਸੰਜੇ ਸਿੰਘ ਨਹੀਂ ਆ, ਤੁਹਾਡਾ ਕਨਵੀਨਰ ਅਰਵਿੰਦ ਕੇਜਰੀਵਾਲ ਆ। ਮੈਂ ਅੱਜ ਆਊਟ ਆਫ ਸਟੇਸ਼ਨ ਆ, ਨਹੀਂ ਤੇ ਮੈਂ ਤੁਹਾਨੂੰ ਉਹਦੀ ਜਿਹੜੀ ਮਾਫੀਨਾਮੇ ਦੀ ਇਬਾਰਤ ਪੜ੍ਹ ਕੇ ਸੁਣਾਉਂਦਾ ਕਿ ਤੁਸੀਂ ਸਾਡੇ ਤੇ ਮੈਣੀ ਸਾਹਿਬ ਕੇਜਰੀਵਾਲ ਦੇ ਮਾਫੀਨਾਮੇ ਨਾਲ ਮਿਸਟਰ ਮਜੀਠੀਆ ਜਿਹੜਾ ਆਊਟ ਹੋ ਗਏ ਇਸ ਪੂਰੇ ਮਾਮਲੇ ਚੋਂ? ਨਹੀਂ ਬਿਲਕੁਲ ਨਹੀਂ, ਪਰ ਇਹ ਗੱਲ ਜਿਹੜੇ ਅੱਜ ਇਹ ਸਵਾਲ ਉਠਾ ਰਹੇ ਨੇ, ਇਹਨਾਂ ਦੇ ਹੈੱਡ ਜਿਹਨੂੰ ਇਹ ਆਪਣਾ ਸਭ ਕੁਝ ਮੰਨਦੇ ਆ, ਉਹ ਸਾਡੇ ਕੋਲ ਹੱਥ ਜੋੜ ਕੇ ਮਾਫੀ ਕੋਰਟ ਚ ਐਫੀਡੇਵਿਟ ਦੇ ਰੂਪ ਚ ਮੰਗ ਚੁੱਕਾ। ਅੱਜ ਕੇਸ ਮੂੰਹ ਨਾਲ ਇੱਥੇ ਦੁੱਧ ਦਾ ਦੁੱਧ ਪਾਣੀ ਦੀਆਂ ਪਾਣੀ। ਇੱਕ ਮਿੰਟ ਜਸਕਰਨ ਜੀ, ਇੱਕ ਮਿੰਟ ਸਰ, ਜਸਕਰਨ ਜੀ ਇੱਕ ਮਿੰਟ, ਮੈਂ ਮਿਸਟਰ ਬਾਠ ਨੂੰ ਜੋੜ ਲਵਾਂ ਹੁਣ।
पॉलिटिक्स बहुत हो रही है इस पूरे मामले पे। मैं लीगल पॉइंट भी जानने में आ रहे हैं, आ जाऊंगा सर, आ जाऊंगा जसकਰਨ ਜੀ, आ जाऊंगा। ਬਾਠ ਸਾਹਿਬ ਤੁਸੀਂ ਇਸ ਤੋਂ ਪਿਛਲੀ ਡਿਬੇਟ ਵਿੱਚ ਵੀ ਸ਼ਾਮਲ ਸੀ ਸਾਡੇ ਨਾਲ। ਬਾਠ ਸਾਹਿਬ, ਇਸ ਪੂਰੇ ਮਾਮਲੇ ਦੇ ਵਿੱਚ ਹੁਣ ਮਿਸਟਰ ਮਜੀਠੀਆ ਕੋਲੇ ਕਿਹੜਾ ਰਾਹ, ਜਿਹੜੀ ਜਾਂਚ ਏਜੰਸੀ ਇਸ ਪੂਰੇ ਮਾਮਲੇ ਦੇ ਪੁੱਛ ਪੜਤਾਲ ਕਰਦੀ ਪਈ ਹੈ ਉਹਦੇ ਕੋਲੇ ਕਿਹੜਾ ਰਾਹ? ਮਿਸਟਰ ਮਜੀਠੀਆ ਨੂੰ ਹੁਣੇ ਗ੍ਰਿਫਤਾਰ ਕੀਤਾ ਜਾ ਸਕਦਾ ਜਾਂ ਨਹੀਂ? ਬਾਠ ਸਾਹਿਬ, ਸਿੱਧਾ ਸਵਾਲ। ਹਾਂ ਕੇਪੀ ਸਿੰਘ ਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਡੀ ਜਿਹੜਾ ਸਵਾਲ ਆ ਉਹਦੇ ਬੰਦੇ ਆਵਾਂ, ਮੈਂ ਜਿਹੜਾ ਉਹਦੀ ਥੋੜੀ ਬੈਕਗ੍ਰਾਉਂਡ ਚ ਜਿਹੜੀ ਆ ਉਹ ਜਾਣਨਾ ਚਾਹੁੰਦਾ ਵੀ ਕਿਸ ਬੈਕਗ੍ਰਾਉਂਡ ਦੇ ਵਿੱਚ ਇਹ ਜਿਹੜਾ ਫੈਸਲਾ ਹੋਇਆ। ਜਦੋਂ ਦੀ FIR ਹੋਈ ਹੈ ਉਦੋਂ ਦਾ ਇਸ ਗੱਲ ਦੇ ਉੱਤੇ ਬਹੁਤ ਜ਼ਿਆਦਾ ਡਿਬੇਟ ਚੱਲ ਰਹੀ ਸੀ, ਬਹੁਤ ਸਾਰੀ ਜਿਹੜੀ ਹੈ ਉਹ ਬਹਿਸ ਹੋ ਰਹੀ ਸੀ। ਇੱਕ ਪੱਖ ਜਿਹੜਾ ਮਜੀਠੀਆ ਦਾ ਸੀ ਉਹ ਉਹੀ ਗੱਲਾਂ ਕਹਿ ਰਹੇ ਸੀ ਕਿ ਦੇਖੋ ਪੋਲੀਟੀਕਲ ਵਿਕਟਿਮਾਈਜੇਸ਼ਨ ਹੈ, ਇਹਦੇ ਉੱਤੇ ਜਿਹੜਾ ਵਾ ਚੱਟੋਪਾਧਿਆਏ ਨੂੰ ਲਿਆਂਦਾ ਗਿਆ ਔਰ ਸਿਰਫ FIR ਲਈ ਲਿਆਂਦਾ ਗਿਆ ਔਰ ਫੇਕ ਐਂਡ ਤੇ ਜਦੋਂ ਇਲੈਕਸ਼ਨਾਂ ਨੇ ਉਸ ਵੇਲੇ ਕੀਤਾ ਗਿਆ ਤੇ ਬਿਲਕੁਲ ਕਲੀਅਰ ਕੱਟ ਵਿਕਟਿਮਾਈਜੇਸ਼ਨ। ਦੂਸਰੇ ਪਾਸੇ ਜਿਹੜਾ ਪੱਖ ਆਇਆ ਸੀ ਜਾਂਚ ਏਜੰਸੀ ਦਾ ਔਰ ਗਵਰਨਮੈਂਟ ਦਾ ਕਿ ਕੇਸ ਜਿਹੜਾ ਬਿਲਕੁਲ ਜੈਨੂਇਨ ਹੈ, ਬੜੇ ਸੀਰੀਅਸ ਐਲੀਗੇਸ਼ਨ ਨੇ, ਉਹਨਾਂ ਕੋਲ ਬਹੁਤ ਜ਼ਿਆਦਾ ਮਟੀਰੀਅਲ ਅਵੇਲੇਬਲ ਹੈ ਜਾਂਚ ਏਜੰਸੀ ਕੋਲੇ, ਇਸ ਕਰਕੇ ਇਹ ਕੇਸ ਜਿਹੜਾ ਵਾ ਠੀਕ ਦਰਜ ਕੀਤਾ ਗਿਆ। ਹੁਣ ਜਿਹੜਾ ਅੱਜ ਫੈਸਲਾ ਹੋਇਆ ਵਾ, ਘੱਟੋ ਘੱਟ ਅਸੀਂ ਇਸ ਸਟੇਜ ਤੇ ਜਿਹੜਾ ਕਹਿ ਸਕਦੇ ਆ। ਜੀ बोलो बोलो बाठ साहब बोलो। मैं कहा बाठ साहब डिस्कनेक्ट हो गए, मतलब ਲੈਫਟ ਹੋ ਗਏ। हाँ मैं कोई नहीं आ जाते नਰਿੰਦਰ ਸੰਧੂ ਜੀ ਜਿਹੜਾ ਸਵਾਲ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਾਲਾ ਹੈਗਾ, ਉਹ ਸਵਾਲ ਨੂੰ ਤੁਸੀਂ ਐਡਰੈਸ ਕਰਨਾ ਚਾਹੁੰਦੇ ਹੋ, ਮਾਫੀ ਵਾਲੇ ਸਵਾਲ ਨੂੰ? ਉਹ ਨਹੀਂ, ਦੇਖੋ ਇਹਨਾਂ ਦਾ ਆਪਸ ਮਸਲਾ, ਉਹਨਾਂ ਨੇ ਮਾਫੀ ਮੰਗੀ, ਉਹਨਾਂ ਦਿੱਤੀ ਨਾ, ਤੇ ਕੋਈ ਮਾਫੀ ਮੰਗਣ ਨਾਲ ਵੱਡਾ ਬਣ ਜਾਂਦਾ, ਨਾ ਮਾਫੀ ਦੀ ਇਹਨਾਂ ਕੋਈ ਛੋਟਾ ਬਣ ਜਾਂਦਾ। ਇਹ ਇਹਨਾਂ ਦਾ ਆਪਣਾ ਮਸਲਾ ਸੀ, ਅਸੀਂ ਇਸ ਮਸਲੇ 'ਚ ਨਹੀਂ ਪੈਂਦੇ, ਸਾਨੂੰ ਇੰਨਾ ਟਾਈਮ ਹੀ ਨਹੀਂ। ਅਸੀਂ ਪੰਜਾਬ ਦੇ ਵਿੱਚ ਸ਼ਾਂਤੀ ਲਿਆਉਣੀ ਆ, ਪੰਜਾਬ ਮਾਡਲ ਪੇਸ਼ ਕਰਨਾ, ਇਹਨਾਂ ਚੀਜ਼ਾਂ 'ਚ ਉਲਝਾਂਗੇ ਤੇ ਰਹਿ ਜਾਾਂਗੇ। ਚਲੋ ਠੀਕ ਹੈ, ਟਾਈਮ ਤਾਂ ਵੈਸੇ ਵੀ ਤੁਸੀਂ ਬਹੁਤ ਲੈ ਲਿਆ ਜੀ, FIR ਬਹੁਤ ਪੁਰਾਣੀ ਇਸ ਮਾਮਲੇ ਦੇ ਵਿੱਚ ਹੈਗੀ। ਹਾਂ ਬਾਠ ਸਾਹਿਬ ਆਪਣੀ ਗੱਲ ਪੂਰੀ ਕਰੋ ਸਰ। ਸੌਰੀ ਕੱਟਿਆ ਗਿਆ ਸੀ। ਕੋਈ ਗੱਲ ਹਾਂ, ਜਿਹੜੀ ਮੈਂ ਗੱਲ ਕਹਿ ਰਿਹਾ ਕਿ ਘੱਟੋ ਘੱਟ ਜਿਹੜਾ ਅੱਜ ਫੈਸਲਾ ਆਇਆ ਵਾ ਮਾਨਯੋਗ ਅਦਾਲਤ ਦਾ, ਉਹਦੇ ਵਿੱਚ ਇਹ ਹੈਗਾ ਕਿ ਜਿਹੜੀ ਮਜੀਠੀਏ ਦੇ ਵਕੀਲਾਂ ਨੇ ਜੋ ਦਲੀਲਾਂ ਦਿੱਤੀਆਂ, ਜਿਹੜਾ ਮੈਂ ਬਰੀਫਲੀ ਜ਼ਿਕਰ ਕੀਤਾ, ਉਹ ਉਹਨਾਂ ਨੇ ਘੱਟੋ ਘੱਟ ਇਸ ਸਟੇਜ ਦੇ ਉੱਤੇ ਨਹੀਂ ਮੰਨੀਆਂ ਤੇ ਉਹਨਾਂ ਦੀ ਬੇਲ ਜਿਹੜੀ ਆ ਰਿਜੈਕਟ ਕਰ ਦਿੱਤੀ। ਘੱਟੋ ਘੱਟ ਅੱਜ ਉਹਨਾਂ ਨੇ ਜਿਹੜੀ ਜਾਂਚ ਏਜੰਸੀ ਹੈ, ਉਹਨਾਂ ਨੇ ਜੋ ਮਟੀਰੀਅਲ ਪੇਸ਼ ਕੀਤਾ, ਜੋ ਉਹਨਾਂ ਨੇ ਦਲੀਲਾਂ ਦਿੱਤੀਆਂ, ਘੱਟੋ ਘੱਟ ਅੱਜ ਦੇ ਡੇਟ ਦੇ ਵਿੱਚ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਮੰਨ ਕੇ ਤੇ ਉਹਨਾਂ ਦੀ ਜਿਹੜੀ ਬੇਲ ਹੈ ਉਹ ਰੱਦ ਕੀਤੀ। ਹੁਣ ਜਿਹੜਾ ਤੁਹਾਡਾ ਸਵਾਲ ਹੈ, ਦੇਖੋ ਉਹਨਾਂ ਕੋਲੇ ਜਿਹੜੀ ਹੈ ਉਹ ਲੀਗਲ ਰੈਮਡੀ ਅਵੇਲੇਬਲ ਹੈ। ਹਰ ਇੱਕ ਜਿਹੜਾ ਇੰਡੀਅਨ ਸਿਟੀਜ਼ਨ ਹੈ, ਜੇ ਹਾਈ ਕੋਰਟ ਦੇ ਵਿੱਚ ਉਹਨਾਂ ਨੂੰ ਰਿਲੀਫ ਨਹੀਂ ਮਿਲਦਾ ਹੈ ਤਾਂ ਉਹ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਅਪਰੋਚ ਕਰਕੇ ਆਪਣਾ ਬੇਲ ਪਟੀਸ਼ਨ ਜਿਹੜੀ ਪਾ ਸਕਦੇ ਆ ਕਿ ਇਹ ਫੈਸਲਾ ਜਿਹੜਾ ਗਲਤ ਹੋਇਆ ਵਾ ਮਾਨਯੋਗ ਅਦਾਲਤ ਨੇ, ਇਸ ਕਰਕੇ ਜਿਹੜਾ ਇਸ ਤੇ ਰਿਵਿਊ ਕਰਕੇ ਨਵੇਂ ਸਿਰਿਓਂ ਜਿਹੜਾ ਸੁਪਰੀਮ ਕੋਰਟ ਜਿਹੜੀ ਹੈ, ਆਨਰੇਬਲ ਸੁਪਰੀਮ ਕੋਰਟ, ਉਹ ਇਹਦੇ ਉੱਤੇ ਫੈਸਲਾ ਕਰੇ ਤੇ ਸਾਨੂੰ ਜਿਹੜਾ ਵਾ ਉਹ ਰਿਲੀਫ ਦੇਵੇ। ਹਾਂ, ਇਸ ਵੇਲੇ ਅੱਜ ਦੇ ਦਿਨ ਦੇ ਵਿੱਚ ਜਿਹੜਾ ਵਾ ਜਾਂਚ ਏਜੰਸੀ ਕੋਲੇ ਜਿਹੜਾ ਇਹ ਰਾਈਟ ਹੈ, ਅਜੇ ਜਿਹੜਾ ਮੇਰੇ ਬੁਲਾਰਿਆਂ ਨੇ ਬਿਲਕੁਲ ਠੀਕ ਹੈ ਕਿ ਜੇ ਡਿਟੇਲ ਆਰਡਰ ਨਹੀਂ ਆਇਆ ਹੈ, ਇਸ ਕਰਕੇ ਜਿੰਨਾ ਚਿਰ ਡਿਟੇਲ ਆਰਡਰ ਨਹੀਂ ਆ ਜਾਂਦਾ, ਜੇ ਅਪਲੋਡ ਨਹੀਂ ਹੋਇਆ, ਇਸ ਕਰਕੇ ਉਦੋਂ ਤੱਕ ਅਸੀਂ ਅਦਾਲਤ ਨੇ, ਮਾਨਯੋਗ ਅਦਾਲਤ ਨੇ ਕੀ ਕਮੈਂਟ ਕੀਤਾ, ਕੀ ਬੇਸਿਕ ਕਿਹੜੀਆਂ ਜਿਹੜੀਆਂ ਗੱਲਾਂ ਸੀ ਉਹਨਾਂ ਨੂੰ ਮੰਨ ਕੇ ਜਿਹੜੀ ਹੈ ਬੇਲ ਹੈ ਉਹ ਰੱਦ ਕੀਤੀ, ਉਹ ਸਾਡੇ ਸਾਹਮਣੇ ਅਜੇ ਨਹੀਂ ਹੈ, ਇਸ ਕਰਕੇ ਅਸੀਂ ਉਹਦੇ ਤੇ ਕੋਈ ਕਮੈਂਟ ਨਹੀਂ ਕਰ ਸਕਦੇ। ਪਰ ਇੰਨਾ ਜ਼ਰੂਰ ਹੈ ਕਿ ਉਹਨਾਂ ਦੀਆਂ ਦਲੀਲਾਂ ਮੰਨੀਆਂ ਔਰ ਤਾਂ ਹੀ ਜਿਹੜੀ ਰੱਦ ਕੀਤੀ। ਹੁਣ ਜਿਹੜਾ ਘੱਟੋ ਘੱਟ ਇਸ ਸਮੇਂ ਦੇ ਉੱਤੇ ਜਾਂਚ ਏਜੰਸੀ ਜਿਹੜੀ ਹੈ ਉਹ ਮਜੀਠੀਆ ਨੂੰ ਗ੍ਰਿਫਤਾਰ ਕਰ ਸਕਦੀ ਹੈ, ਉਹਦੇ ਉੱਤੇ ਕੋਈ ਰੋਕ ਨਹੀਂ ਹੈ। ਘੱਟੋ ਘੱਟ ਜਿਹੜਾ ਵਾ ਇਹ ਪ੍ਰੋਸੀਜਰ, ਜਿਹੜਾ ਪ੍ਰੋਸੈਸ ਹੈ ਸੁਪਰੀਮ ਕੋਰਟ 'ਚ ਅਪਰੋਚ ਕਰਨ ਦਾ, ਉਹ ਵੀ ਇੱਕ ਟਾਈਮ ਕੰਜ਼ਿਊਮਿੰਗ ਹੈ। ਅੱਜ ਜਿਹੜੇ ਉਹਨਾਂ ਦੇ ਵਕੀਲ ਨੇ ਕੇਸ ਤਿਆਰ ਕਰਨਗੇ, ਕੱਲ ਨੂੰ ਜਿਹੜਾ ਵਾ ਉਹ ਫਿਰ 26 ਜਨਵਰੀ ਆ ਗਈ ਆ, ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਮੈਂਸ਼ਨ ਕੇਸ ਹੋਏਗਾ, ਕਿਉਂਕਿ ਕਰੋਨਾ ਦਾ ਕਰਕੇ ਜਿਹੜੀ ਫੰਕਸ਼ਨਿੰਗ ਹੈ ਆਨਰੇਬਲ ਹਾਈ ਕੋਰਟ ਦੀ ਵੀ ਤੇ ਸੁਪਰੀਮ ਕੋਰਟ ਦੀ ਵੀ, ਉਹ ਰਿਸਟ੍ਰਿਕਟਡ ਹੈ। ਤੇ ਉਹ ਕਦੋਂ ਕੇਸ ਜਿਹੜਾ ਵਾ ਉਹ ਸੁਪਰੀਮ ਕੋਰਟ ਦੇ ਵਿੱਚ ਜਾਂਦਾ, ਇਹ ਅਸੀਂ ਅੱਜ ਜਿਹੜਾ ਕੁਝ ਕਹਿ ਨਹੀਂ ਸਕਦੇ ਹੈ, ਪਰ ਉਹਨਾਂ ਕੋਲ ਜ਼ਰੂਰ ਰਾਈਟ ਹੈ, ਉਹ ਜਾ ਸਕਦੇ ਆ। ਦੂਜੇ ਪਾਸੇ ਜਾਂਚ ਏਜੰਸੀ ਕੋਲ ਰਾਈਟ ਹੈ ਕਿ ਉਹ ਉਹਨਾਂ ਨੂੰ ਅਰੈਸਟ ਜਿਹੜਾ ਕਰ ਸਕਦੇ ਆ। ਠੀਕ ਹੈ, ਮੈਂ ਇੱਕ ਹੋਰ ਥੋੜਾ ਬ੍ਰੇਕ ਲੂੰਗਾ, ਬ੍ਰੇਕ ਤੋਂ ਵਾਪਸ ਆਊਂਗਾ, ਬਾਕੀ ਮੈਂ ਉਹਨਾਂ ਕੋਲ ਵੀ ਜਾਣਾ। ਡਰੱਗ ਕੇਸ ਦੇ ਵਿੱਚ ਮਜੀਠੀਆ ਕੋਲੇ ਕਿਹੜਾ ਰਾਹ ਬਾਕੀ ਹੈਗਾ, ਅਸੀਂ ਇਹ ਸਵਾਲ ਕਰ ਰਹੇ ਹਾਂ ਤੇ ਇਸ ਸਵਾਲ ਦੇ ਨਾਲ ਮਿਸਟਰ ਬਾਠ ਇਹ ਕਹਿੰਦੇ ਆ ਕਿ ਹੁਣ ਜਾਂਚ ਏਜੰਸੀ ਕੋਲੇ ਰਾਈਟ ਹੈਗਾ, ਪਰ ਇਸ ਰਾਈਟ ਦੇ ਵਿੱਚ ਪੋਲਿਟਿਕਸ ਕਿੰਨੀ ਹੋ ਰਹੀ ਹੈ ਤੇ ਜਿਹੜੀ ਲੀਗਲ ਰੈਮਡੀ ਹੈਗੀ ਹੈ ਉਸ ਨੂੰ ਕਿਸ ਤਰੀਕੇ ਅਪਲਾਈ ਕਰਨ ਦਿੱਤਾ ਜਾਵੇਗਾ, ਸਵਾਲ ਇਹ ਬਹੁਤ ਸਾਰੇ ਹੈਗੇ ਆ। ਤੇ ਅਕਾਲੀ ਦਲ ਕਹਿੰਦਾ ਸਾਡੇ ਕੋਲ ਕਾਨੂੰਨੀ ਰਾਹ ਖੁੱਲ੍ਹੇ ਆ, ਮਾਨਯੋਗ ਅਦਾਲਤ ਦਾ ਅਸੀਂ ਸਵਾਗਤ ਕਰਦੇ ਹਾਂ ਤੇ ਇਸ ਮਾਮਲੇ ਵਿੱਚ ਸਿਆਸਤ ਨਹੀਂ ਹੋਣੀ ਚਾਹੀਦੀ, ਪਰ ਇਹ ਮਾਮਲਾ ਪੂਰਾ ਸਿਆਸੀ ਬਣ ਚੁੱਕਿਆ। ਇਲੈਕਸ਼ਨ ਨੇੜੇ ਹੈ ਤੇ ਉਸ ਇਲੈਕਸ਼ਨ ਦੇ ਦੌਰਾਨ ਜਦੋਂ ਇਹ ਮਾਮਲਾ ਸੁਰਖੀਆਂ ਵਿੱਚ ਆਉਂਦਾ ਤਾਂ ਫਿਰ ਇਸ ਤੇ ਇਲਜ਼ਾਮ ਤਰਾਸ਼ੀਆਂ ਵੱਧ ਜਾਂਦੀਆਂ।
ਤੇ ਆਮ ਆਦਮੀ ਪਾਰਟੀ ਕਹਿੰਦੀ ਹੈ ਇਹ ਫਰੈਂਡਲੀ ਮੈਚ ਖੇਡਦੇ ਰਹੇ ਆ। ਹੁਣ ਵੀ ਆਮ ਆਦਮੀ ਪਾਰਟੀ ਸਾਫ਼ ਨਹੀਂ ਕਰਦੀ ਪਈ, ਹੁਣ ਇਹ ਕਹਿੰਦੀ ਪਈ ਆ ਕਿ ਕਾਨੂੰਨ ਆਪਦਾ ਕੰਮ ਕਰੇਗਾ। ਇਸ ਤੋਂ ਪਹਿਲਾਂ ਕਿਹਾ ਸੀਗਾ ਹਲਕੀ ਫੁਲਕੀ ਇਹ FIR ਹੈ, ਇਸ ਮਾਮਲੇ 'ਚ ਕੁਛ ਨਹੀਂ ਹੋਣਾਗਾ, ਪਰ ਹੁਣ ਆਮ ਆਦਮੀ ਪਾਰਟੀ ਨੂੰ ਸਮਝ ਨਹੀਂ ਆ ਰਿਹਾ ਜਵਾਬ ਦੇਣਾ ਕੀ ਹੈ। ਵਾਪਸ ਆ ਰਿਹਾ ਵੱਡਾ ਸਵਾਲ ਅਸੀਂ ਪੁੱਛਿਆ ਮਜੀਠੀਆ ਖਿਲਾਫ ਕਾਸ ਦਾ ਕਾਨੂੰਨੀ ਸ਼ਿਕੰਜਾ ਪੰਜਾਬ ਦੇ ਸਿਆਸੀ ਦੰਗਲ ਨੂੰ ਕਿੱਧਰ ਲਿਜਾਵੇਗਾ। ਜਸਕਰਨ ਸਿੰਘ ਮਦਿਸ਼ਾ, ਮੈਨੂੰ ਤੁਹਾਡਾ ਮੈਂ ਦੇਖ ਰਿਹਾ ਸੀਗਾ ਤੁਹਾਡਾ ਰਿਐਕਸ਼ਨ, ਤੁਹਾਨੂੰ ਇਹ ਮੇਰੀ ਜਿਹੜੀ ਦਲੀਲ ਆ ਉਹ ਪਸੰਦ ਨਹੀਂ ਆਈ ਹੋਊਗੀ, ਤੁਸੀਂ ਰਿਐਕਸ਼ਨ ਦੇ ਸਕਦੇ ਹੋ ਜਸਕਰਨ ਸਿੰਘ ਜੀ? ਸਭ ਤੋਂ ਪਹਿਲੀ ਗੱਲ ਤੇ KP ਸਿੰਘ ਜੀ, ਮੈਂ ਉਹੀ ਗੱਲ ਫੇਰ ਰਿਪੀਟ ਨਹੀਂ ਕਰੂੰਗਾ ਕਿ ਕਿਸੇ ਵੀ ਕੇਸ ਨੂੰ ਪੋਲੀਟੀਸਾਈਜ਼ ਜਾਂ ਗਲੋਰੀਫਾਈ ਕਰਨਾ ਉਹ ਕਾਨੂੰਨ ਦੀ ਹੱਤਿਆ ਦੇ ਬਰਾਬਰ ਹੈਗਾ। ਜੇ ਕੋਈ ਦੋਸ਼ੀ ਹੈ ਉਹਨੂੰ ਸਜ਼ਾ ਮਿਲੇ, ਜੇ ਕੋਈ ਨਿਰਦੋਸ਼ ਉਹਨੂੰ ਬਾਇਜ਼ਤ ਬਾਹਰ ਕੀਤਾ ਜਾਏ, ਔਰ ਟਾਈਮ ਬਾਉਂਡਿੰਗ ਹੋਣਾ ਚਾਹੀਦਾ ਹੈ। ਦੂਸਰੀ ਗੱਲ ਮੈਂ ਇੱਥੇ ਕਹੂੰਗਾ, ਬਦਨੀਤੀ ਜਿਹੜਾ ਸਾਡਾ ਸਟੈਂਡ ਆ ਸਾਡੀ ਪਾਰਟੀ ਦਾ ਕਿ ਫਰੈਂਡਲੀ ਮੈਚ ਦਾ ਜਿਹੜਾ ਮੈਂ ਕਹਿ ਰਹੀ ਸਪੋਰਟ ਦੇ ਵਿੱਚ ਹਰਪ੍ਰੀਤ ਸਿੰਘ ਸਿੱਧੂ ਜੀ ਦਾ ਜਿਹੜੀ ਇਨਕੁਆਇਰੀ ਰਿਪੋਰਟ ਸੀਗੀ ਬੰਦ ਲਿਫਾਫੇ 'ਚ ਕੋਰਟ ਚਲ ਗਈ। 5 ਸਾਲ ਲੰਘੇ KP ਸਿੰਘ ਜੀ, 5 ਸਾਲ ਮਾਨਯੋਗ ਕੋਰਟ ਨੇ ਹਾਰ ਕੇ ਇਹਨਾਂ ਨੂੰ ਦਬਕਾ ਮਾਰਿਆ ਵੀ ਅਸੀਂ ਤੁਹਾਨੂੰ ਕਾਰਵਾਈ ਕਰਨ ਤੋਂ ਮਨਾ ਨਹੀਂ ਕੀਤਾ। ਉਦੋਂ ਤੱਕ 5 ਸਾਲ ਦਬਾਈ ਕਿਉਂ ਰੱਖੀ? ਇਹਨਾਂ ਸਰਕਾਰ ਹੋਮ ਮਿਨਿਸਟਰੀ ਦੇ ਕੋਲ ਪਈ ਹੈ ਫਾਈਲ, ਨਸ਼ਰ ਹੀ ਨਹੀਂ ਕੀਤੀ ਪਬਲਿਕ ਦੇ ਵਿੱਚ। ਉਹਦਾ ਰੀਜ਼ਨ ਫਿਰ ਕਿਤੇ ਨਾ ਕਿਤੇ ਫਰੈਂਡਲੀ ਜਿਹੜੀ ਸੀ ਗੱਲ ਕਹਿੰਦੇ ਆ ਕਿ ਫਰੈਂਡਲੀ ਹੈਗੇ ਨੇ ਇਹ ਆਪਸ ਦੇ ਵਿੱਚ। ਇਹ ਤੇ ਸਿੱਧੂ ਸਾਹਿਬ ਨੇ ਰੌਲਾ ਪਾਇਆ, ਸਿੱਧੂ ਸਾਹਿਬ ਨੇ ਆਪਣੀ ਸ਼ਾਖ ਬਚਾਉਣ ਲਈ ਮਾੜਾ ਮੋਟਾ ਜਿਹੜਾ ਕੇਸ ਕਰਾਇਆ ਸੀਗਾ ਉਹ ਚਲੋ ਬਾਈ ਚਾਂਸ ਕਿਦਾਂ ਸਟਰੋਂਗ ਹੋ ਗਏ ਤੇ ਰਿਪੋਰਟ ਆਉਂਦੀ ਆ ਸਾਰੀ ਕੋਰਟ ਦੀ ਜੋ ਆਉਂਦੀ ਆ ਸਾਨੂੰ ਜੋ ਨਾ ਜਿਹੜੇ ਉਹਨਾਂ ਨੁਕਤਾ ਫੜਿਆ ਹੋਏਗਾ ਕੋਰਟ। ਜਸਕਰਨ ਸਿੰਘ ਜੀ ਤੁਸੀਂ ਬੜੇ ਸਿਆਣੇ ਬੁਲਾ ਰਹੇ ਹੋ ਆਪਦੀ ਪਾਰਟੀ ਤੇ, ਮੈਂ ਇਸ ਦਾ ਸਨਮਾਨ ਕਰਦਾ ਤੁਹਾਡਾ। ਜਸਕਰਨ ਸਿੰਘ ਜੀ, ਪਰ ਸਵਾਲ ਇਹ ਹੈਗਾ ਜਿਹੜੇ ਐਸਟੀਮੇਟ ਤੁਸੀਂ ਲਾਏ ਸੀ ਤੁਹਾਡੇ ਐਸਟੀਮੇਟ ਤਾਂ ਗਲਤ ਹੋ ਰਹੇ ਆ ਨਾ। ਤੁਸੀਂ ਤਾਂ ਐਸਟੀਮੇਟ ਲਾਏ ਸੀਗੇ ਉੱਥੋਂ ਜ਼ਮਾਨਤ ਮਿਲ ਜੂਗੀ, ਉੱਥੋਂ ਆਹ ਹੋ ਜਾਊਗਾ, ਤੁਹਾਡੇ ਐਸਟੀਮੇਟ ਤਾਂ ਗਲਤ ਹੋ ਗਏ ਸਰ ਜਸਕਰਨ ਸਿੰਘ ਜੀ। ਤੱਥਾਂ ਦੇ ਆਧਾਰ ਤੇ ਜੋ ਹਾਲਾਤ ਜਿੱਦਾਂ ਦੇ ਬਣਦੇ ਉਹਦੇ ਸਾਰੀ ਐਸਟੈਬਲਿਸ਼ਮੈਂਟ ਹੁੰਦੀਆਂ ਨਾ। ਹੁਣ ਮੰਨ ਲਓ ਇੱਕ ਏਡੇ ਵੱਡੇ ਡਰੱਗ ਦੇ ਕੇਸ ਦੇ ਵਿੱਚ ਔਰ ਫਟਾਫਟ ਲੋਅਰ ਕੋਰਟ ਨੇ ਜ਼ਮਾਨਤ ਹੋ ਜੇ ਤੇ ਕੀ ਇਸ਼ਾਰਾ ਕਰਦੀ ਹੈ? ਤੁਸੀਂ ਆਪ ਸਿਆਣੇ ਹੋ, ਭੁੱਕੀ ਦੇ ਕੇਸਾਂ 'ਚ ਜ਼ਮਾਨਤ ਨਹੀਂ ਹੁੰਦੀ, ਉਹ ਵੀ ਹਾਈ ਕੋਰਟ 'ਚ ਜ਼ਮਾਨਤ ਹੁੰਦੀ 6-7 ਮਹੀਨੇ ਬਾਅਦ ਬੰਦੇ ਜੇਲ੍ਹ ਨਾਲ ਛੱਡਦੇ ਰਹਿੰਦੇ, ਨਜਾਇਜ਼ ਵੀ ਤੇ ਜਾਇਜ਼ ਵੀ। ਹਾਈ ਕੋਰਟ ਨੇ ਵੀ ਇੱਥੋਂ ਤੱਕ ਕਿਹਾ ਕਿ ਇਹਦੇ ਜੇ ਵੱਡੇ ਕੀ ਪੈਨ ਜਿਹੜੇ ਉਹ ਕਦੀ ਵੀ ਨਹੀਂ ਹੋ ਸਕਦੇ, ਮਾੜੇ ਮੋਟੇ ਬੰਦੇ ਨੇ ਉਹਨਾਂ ਨੂੰ ਵੀ ਜ਼ਮਾਨਤ ਨਹੀਂ ਮਿਲਦੀ, ਤੇ ਇਹਨਾਂ ਨੂੰ ਕਿਉਂ ਨਹੀਂ ਜਲਦੀ ਮਿਲਦੀ ਨਾ? ਸਾਡੇ ਡੈਫੀਨੇਟਲੀ ਅਸੀਂ ਦਿਮਾਗ 'ਚ ਸਾਡੇ ਸਵਾਲ ਆਊਗਾ। ਫਿਰ ਉਸ ਤੋਂ ਬਾਅਦ ADGP ਸਾਹਿਬ ਜਿਹੜੇ ਇੰਟੈਲੀਜੈਂਸ ਸੀਗੇ ਜਿਹੜੇ ਲਿਖ ਕੇ ਚਲੇ ਗਏ ਵੀ ਕੇਸ ਇਨਕੁਆਇਰੀ ਕਰਨ ਦੀ ਲੋੜ ਹੀ ਨਹੀਂ ਹੈ ਜੀ, ਤੇ ਉਸੇ ਵੇਲੇ ਫਟਾਫਟ ਬਿਮਾਰੀ ਦਾ ਬਹਾਨਾ ਮਾਰ ਕੇ ਉੱਧਰ ਚਲੇ ਗਏ। ਤੇ ਸਾਰੀ ਚੀਜ਼ਾਂ ਜੋ ਇਕੱਠੀਆਂ ਕਰਕੇ ਦੇਖੀਏ ਤੇ ਜੋ ਸਾਨੂੰ ਸ਼ੰਕਾ ਸੀਗਾ ਕਿ ਢਿੱਲਾ ਮੱਠਾ ਕੇਸ ਜਾਣਬੁੱਝ ਕੇ ਕੀਤਾ ਜਾ ਰਿਹਾ, ਪਹਿਲਾਂ ਨਾਲ ਲੰਮਾ ਸਮਾਂ ਰਿਪੋਰਟਾਂ ਦਵਾਈਆਂ, ਉਸ ਤੋਂ ਬਾਅਦ ਕੇਸ ਨਹੀਂ ਕਿ ਅੱਗੇ ਵਧਾਇਆ ਗਿਆ, ਹੁਣ ਉੱਤੇ 30 ਇਲੈਕਸ਼ਨ ਦਿਨਾਂ ਆਣ ਕੇ ਮਾੜਾ ਮੋਟਾ ਕੇਸ ਦਰਜ ਕੀਤਾ ਗਿਆ, ਔਰ ਉਸ ਤੋਂ ਬਾਅਦ ਉਹਨਾਂ ਨੂੰ ਫਟਾਫਟ ਜ਼ਮਾਨਤ ਮਿਲਦੀ। ਵੇਖੋ ਨਾ ਇੱਕ ਲਾਈਨ ਪੂਰੀ ਇੱਕ ਦੂਜੇ ਨਾਲ ਮੈਚ ਕਰ ਰਹੀਆਂ, ਕੁੜੀਆਂ ਮੈਚ ਕਰਕੇ ਦੇਖੋ ਤੇ ਗੱਲ ਉਹੀ ਆਉਂਦੀ ਜੋ ਅਸੀਂ ਕਹਿ ਰਹੇ ਹਾਂ। ਪਰ ਹੁਣ ਚਲੋ ਥੋੜੀ ਇਨਸਾਫ ਦੀ ਆਸ ਜਿਹੜੀ ਆ ਪੰਜਾਬ ਨੂੰ ਵੱਜੀ ਹੈਗੀ। ਅਸੀਂ ਹਮੇਸ਼ਾ ਕਹਿੰਦੇ ਆ ਕਿ ਇਹਨਾਂ ਦੀ ਇਨਵੋਲਵਮੈਂਟ ਸੀਗੀ, ਸਾਨੂੰ ਪੂਰਾ ਯਕੀਨ ਹੈ ਕਿਉਂਕਿ ਪੁਲਿਸ ਅਫਸਰ ਜਿਹਨਾਂ ਨੇ ਇਨਕੁਆਇਰੀ ਕੀਤੀ ਉਹਨਾਂ ਤੇ ਸਾਨੂੰ ਯਕੀਨ ਹੈ ਕਿ ਉਹ ਮਾਲਦਾਰ ਔਰ ਸਾਬਸ਼ੇਵੀ ਵਾਲੇ ਬੰਦੇ ਸੀਗੇ, ਔਰ ਉਹਨਾਂ ਨੇ ਇਨਕੁਆਇਰੀ ਕੀਤੀ ਔਰ ਉਹਨਾਂ ਬਹੁਤ ਸਾਰੇ ਅਫਸਰਾਂ ਨੇ ਨਾ ਜਾਣਬੁੱਝ ਕੇ ਨੁਕਰੇ ਵੀ ਲਾਇਆ ਬਾਅਦ 'ਚ। ਚਲੋ ਠੀਕ ਹੈ ਬਾਟ ਸਾਹਿਬ, ਇਸ ਤੋਂ ਪਹਿਲਾਂ ਜਿਹੜੀਆਂ ਹਾਈ ਕੋਰਟ ਦੀਆਂ ਗਾਈਡਲਾਈਨਸ ਸੀਗੀਆਂ ਉਹ ਇਹ ਸੀਗੀਆਂ ਕਿ ਲਾਈਵ ਲੋਕੇਸ਼ਨ ਸ਼ੇਅਰ ਕਰਨੀ ਪਊਗੀ, ਤੁਹਾਨੂੰ ਦੱਸਣਾ ਪਊਗਾ, ਨੰਬਰ ਆ ਦੱਸਣਾ ਪਊਗਾ, ਤੁਸੀਂ ਕਿਹੜੀ ਜਗ੍ਹਾ ਤੇ ਮੂਵ ਕਰਦੇ ਹੋ ਉਹ ਦੱਸਣਾ ਪਊਗਾ। ਬਾਟ ਸਾਹਿਬ ਉਹ ਚੀਜ਼ਾਂ ਸਟੈਂਡ ਕਰਦੀਆਂ ਹਜੇ? ਜੇ ਸਟੈਂਡ ਕਰਦੀਆਂ ਬਾਟ ਸਾਹਿਬ, ਜੇ ਬਾਟ ਸਾਹਿਬ ਸਟੈਂਡ ਕਰਦੀਆਂ, ਲਾਈਵ ਲੋਕੇਸ਼ਨ ਸਟੈਂਡ ਕਰਦੀ ਹੈ ਤਾਂ ਫਿਰ ਤਾਂ ਜਾਂਚ ਏਜੰਸੀ ਨੂੰ ਪਤਾ ਹੋਊਗਾ ਇਸ ਵਕਤ ਮਿਸਟਰ ਮਜੀਠੀਆ ਕਿੱਥੇ ਨੇ। KP ਸਿੰਘ ਜੀ, ਮੈਂ ਇਹ ਦੱਸ ਦਵਾਂ ਕਿ ਜਿਹੜੀਆਂ ਕੰਡੀਸ਼ਨਾਂ ਲਾਈਆਂ ਸੀ ਨਾ ਮਾਨਯੋਗ ਅਦਾਲਤ ਨੇ, ਇਹ ਸ਼ਾਇਦ ਮੇਰੀ 30 ਸਾਲ ਦੇ ਕਰੀਬ ਪ੍ਰੈਕਟਿਸ ਹੈ, ਸ਼ਾਇਦ ਇਹੋ ਜਿਹਾ ਕੋਈ ਉੱਕਾ ਦੁੱਕਾ ਕੇਸ ਹੋਏਗਾ ਜਿਹਦੇ ਵਿੱਚ ਇੰਨੀਆਂ ਸਖਤ ਕੰਡੀਸ਼ਨਾਂ ਸੀ। ਲਾਈਵ ਜਿਹੜੀ ਤੁਹਾਡੀ ਲੋਕੇਸ਼ਨ ਹੈ, ਇਹੋ ਜਿਹਾ ਸ਼ਾਇਦ ਆਰਡਰ ਜਿਹੜਾ ਵਾ ਘੱਟੋ ਘੱਟ ਮੈਂ ਨਹੀਂ ਦੇਖਿਆ ਹੈ। ਬਹੁਤ ਸਖਤ ਕੰਡੀਸ਼ਨ ਸੀ ਇਹ ਕਿ ਤੁਸੀਂ ਕਿਤੇ ਵੀ ਮੋਬਾਈਲ ਫੋਨ ਨਹੀਂ ਬੰਦ ਨਹੀਂ ਕਰਨਾ ਹੈ ਔਰ ਲਾਈਵ ਲੋਕੇਸ਼ਨ ਜਿਹੜੀ ਆ ਔਨ ਆਪਣੀ ਰੱਖਣੀ ਹੈ। ਔਰ ਇਹਦੇ ਵਿੱਚ ਮਜੀਠੀਆ ਸਾਹਿਬ ਜਿਹੜਾ ਵਾ ਉਹ ਜਾਂਚ ਏਜੰਸੀ ਕੋਲੇ ਆਪਣੇ ਇਨਵੈਸਟੀਗੇਸ਼ਨ ਉਹਨਾਂ ਨੇ ਜਿਹੜੀ ਆ ਉਹ ਜੁਆਇਨ ਵੀ ਕੀਤੀ ਹੈ, 2 ਵਾਰ ਤੱਕ ਗਏ ਨੇ ਔਰ ਉਹਨਾਂ ਨੇ ਕਿਹਾ ਕਿ ਉਹ ਬਹੁਤ ਸਹਿਯੋਗ, ਪੂਰਾ ਸਹਿਯੋਗ ਦੇ ਰਹੇ ਨੇ ਜਾਂਚ ਏਜੰਸੀ ਨੂੰ। ਇਹਦੇ ਬਾਵਜੂਦ ਜਿਹੜੀ ਦੂਸਰੀ ਸਰਕਾਰ ਸੀ ਉਹ ਕਹਿੰਦੇ ਨਹੀਂ, ਉਹਨਾਂ ਦੇ ਜਿਹੜੇ ਜਵਾਬ ਹੈ ਉਹ ਅਵਿਸਵ ਹੈ, ਉਹ ਅਵੋਇਡ ਕਰ ਰਹੇ ਆ, ਸੱਚਾਈ ਸਾਹਮਣੇ ਜਿਹੜੀ ਆ ਨਹੀਂ ਆ ਰਹੀ। ਹੁਣ ਜਿੱਥੋਂ ਤੱਕ ਤੁਹਾਡਾ ਦੂਸਰਾ ਸਵਾਲ ਹੈ ਕਿ ਕੀ ਉਹ ਆਰਡਰ ਜਿਹੜਾ ਵਾ ਉਹ ਸਸਟੇਨ ਕਰਦਾ, ਨਹੀਂ ਜੀ, ਉਹ ਆਰਡਰ ਸਸਟੇਨ ਨਹੀਂ ਕਰਦਾ ਹੈ। ਉਹ ਆਰਡਰ ਉਦੋਂ ਤੱਕ ਜਦੋਂ ਤੱਕ ਐਂਟੀਸਪੇਟਰੀ ਬੇਲ ਦਾ ਜਿਹੜਾ ਕੰਸੈਸ਼ਨ ਉਹਨਾਂ ਨੂੰ ਮਿਲਿਆ ਸੀ ਉਹ ਸਰਵਾਈਵ ਕਰਦਾ ਸੀ। ਜਦੋਂ ਐਂਟੀਸਪੇਟਰੀ ਜਿਹੜੀ ਆ ਇੰਟਰਮ ਐਂਟੀਸਪੇਟਰੀ ਬੇਲ, ਜਿਹਨੂੰ ਅਸੀਂ ਪੰਜਾਬੀ ਚ ਕੱਚੀ ਜ਼ਮਾਨਤ ਕਹਿੰਦੇ ਆ ਬਾਹਰੋਂ ਬਾਹਰ, ਉਹ ਜਦੋਂ ਰੱਦ ਹੋ ਗਈ ਤੇ ਉਹ ਆਟੋਮੈਟਿਕਲੀ ਜਿਹੜਾ ਪਹਿਲਾ ਆਰਡਰ ਸੀ ਉਹ ਵੀ ਗਿਆ।
ਇਸ ਕਰਕੇ ਹੁਣ ਉਹ ਕੋਈ ਵੀ ਕੰਡੀਸ਼ਨ ਜਿਹੜੀ ਹੈ ਉਹ ਚਲੋ ਹੁਣ ਸਰਵਾਈਵ ਨਹੀਂ ਮੈਂ ਕਰਦੀ। ਬਾੜ ਸਾਹਿਬ ਤੁਸੀਂ ਕਲੀਅਰ ਕੀਤਾ, ਮੈਨੂੰ ਚੰਗਾ ਲੱਗਿਆ ਬਾੜ ਸਾਹਿਬ, ਇਹ ਪੁਆਇੰਟ ਹੈ ਲੋਕ ਵੀ ਪੁੱਛਦੇ ਪਏ ਆ। ਬਾੜ ਸਾਹਿਬ ਮੇਰਾ ਸਵਾਲ ਇਹ ਹੈ, ਜੇ ਉਹ ਆਰਡਰ ਹੈ ਜਿਹੜੇ ਉਹ ਇਸ ਜ਼ਮਾਨਤ ਅਰਜੀ ਖਾਰਜ ਹੋਣ ਦੇ ਨਾਲ ਹੈ, ਉਹ ਨਵੇਂ ਆਰਡਰ ਦੀ ਕਾਪੀ ਦਾ ਅਸੀਂ ਇੰਤਜ਼ਾਰ ਕਰਦੇ ਪਏ ਬਾੜ ਸਾਹਿਬ, ਇਹਦਾ ਮਤਲਬ ਜਾਂਚ ਏਜੰਸੀ ਹੁਣ ਇਹ ਕਹਿ ਸਕਦੀ ਹੈ ਸਾਨੂੰ ਪਤਾ ਹੀ ਨਹੀਂ ਮਿਸਟਰ ਮਜੀਠੀਆ ਕਿੱਥੇ ਆ, ਕਹਿ ਸਕਦੀ ਹੈ ਜਾਂ ਨਹੀਂ ਹਜੇ? ਨੈਚੁਰਲ ਦੇਖੋ ਜੀ, ਨੈਚੁਰਲੀ ਆ ਮਜੀਠੀਆ ਸਾਹਿਬ ਜਿਹੜਾ ਵਾ ਹੁਣ ਇਹ ਤਾਂ ਨਹੀਂ ਹੈ ਕਿ ਜਦੋਂ ਇੱਕ ਪਾਸੇ ਤੋਂ ਜਿਹੜੀ ਆ ਆਪਣੀ ਸੁਪਰੀਮ ਕੋਰਟ ਦੇ ਵਿੱਚ ਅਪਰੋਚ ਕਰ ਰਹੇ ਨੇ, ਮੂਵ ਕਰ ਰਹੇ ਨੇ, ਤੇ ਦੂਜੇ ਪਾਸੇ ਆਪਣਾ ਮੋਬਾਈਲ ਫੋਨ ਵੀ ਔਨ ਰੱਖਣ, ਲਾਈਵ ਲੋਕੇਸ਼ਨ ਵੀ ਔਨ ਰੱਖਣ ਤੇ ਆ ਕੇ ਕਹਿ ਦੋ ਜੀ ਪੁਲਿਸ ਵਾਲਿਆਂ ਨੇ ਆ ਜਾਓ ਮੈਨੂੰ ਫੜ ਲਓ। ਇਹ ਦੋਨੋਂ ਚੀਜ਼ਾਂ ਤਾਂ ਜਿਹੜੀਆਂ ਵਾ ਉਹ ਨਹੀਂ ਚੱਲ ਸਕਦੀਆਂ ਨਾ। ਉਹਨਾਂ ਨੇ ਤੇ ਉਹਨਾਂ ਨੇ ਆਪਣਾ ਬਚਾਅ ਜਿਹੜਾ ਵਾ ਉਹ ਰੱਖਣਾ, ਉਹਦੇ ਦੇ ਵਿੱਚ ਕੋਈ ਮਤਲਬ ਜਿਹੜੀ ਇਲੀਗੈਲਿਟੀ ਨਹੀਂ ਹੈ, ਕਿਉਂਕਿ ਉਹ ਕੰਡੀਸ਼ਨ ਜਿਹੜੀ ਹੈ ਉਹ ਆਲਰੇਡੀ ਖਤਮ ਹੋ ਗਈ ਹੈ। ਤੇ ਹੁਣ ਹੀ ਇਜ਼ ਐਟ ਲਿਬਰਟੀ ਕਿ ਉਹ ਜਿਹੜੀ ਆਪਣੀ ਲੋਕੇਸ਼ਨ ਹੈ ਉਹ ਵੀ ਬੰਦ ਕਰ ਦੇਣ, ਮੋਬਾਈਲ ਫੋਨ ਵੀ ਬੰਦ ਕਰ ਦੇਣ, ਤੇ ਜੋ ਉਹਨਾਂ ਕੋਲ ਰੈਮਡੀ ਅਵੇਲੇਬਲ ਹੈ ਉਹਦੇ ਮੁਤਾਬਕ ਆਪਣੀ ਜਿਹੜੀ ਉਹ ਕਾਰਵਾਈ ਕਰਨ। ਚਲੋ ਨਰਿੰਦਰ ਸੰਧੂ ਜੀ, ਮੈਂ ਤੁਹਾਡੇ ਤੋਂ ਸਿੰਪਲ ਇੱਕ ਸਵਾਲ ਲੈਣਾ ਚਾਹੁੰਦਾ, ਜਿੰਨਾ ਤੁਹਾਨੂੰ ਕਾਨੂੰਨ ਬਾਰੇ ਸਮਝ ਹੈਗੀ ਆ, ਸਿਆਸਤ ਬਾਰੇ ਸਮਝ ਹੈਗੀ ਆ, ਮੈਨੂੰ ਇਹ ਸਵਾਲ ਕਰਦਿਆਂ ਵੀ ਚੰਗਾ ਨਹੀਂ ਲੱਗਦਾ ਪਿਆਗਾ। ਨਰਿੰਦਰ ਸੰਧੂ ਜੀ, ਜਾਂਚ ਏਜੰਸੀ ਹੁਣ ਕੀ ਕਹੂਗੀ? ਦੇਖੋ ਜਾਂਚ ਏਜੰਸੀ ਨੇ ਇੱਕ ਨਾ ਕੇਪੀ ਸਿੰਘ ਜੀ ਇੱਕ ਗਾਣਾ ਹੈ ਪੰਜਾਬੀ ਦਾ, ਫੜ ਮਾਰਨੀ ਬੜੀ ਸੌਖੀ ਨਿਭਾਣੀ ਬੜੀ ਔਖੀ। ਮਜੀਠੀਆ ਸਾਹਿਬ ਨੇ ਪ੍ਰੈਸ ਕਾਨਫਰੰਸ ਚ ਬੜੇ ਸ਼ਾਨ ਨਾਲ ਕਿਹਾ ਸੀ ਜੀ ਮੈਂ ਉੱਥੇ ਲੁਕਿਆ ਸਾਂ, ਇਹਨਾਂ ਨੂੰ ਪਤਾ ਸੀ, ਇਹਨਾਂ ਨੂੰ ਪਤਾ ਸੀ, ਹੁਣ ਕਰਕੇ ਦਿਖਾਉਣੇ ਗੱਲ। ਇਹ ਬਿਲਕੁਲ ਬੇਬੁਨਿਆਦ ਜੀ ਗੱਲਾਂ ਜਿਹੜੀਆਂ ਉਹਨਾਂ ਨੇ ਕਾਨਫਰੰਸ ਦੇ ਵਿੱਚ ਕਹੀਆਂ ਸੀ। ਕਿਸੇ ਨੂੰ ਸਾਡੇ ਐਮਐਲਏ ਨੂੰ ਕਿਸੇ ਨੂੰ ਬੌਣਾ ਕਹਿਣਾ, ਗਿੱਠਾ ਕਹਿਣਾ, ਕਿਸੇ ਨੂੰ ਕੁਝ ਕਹਿਣਾ। ਦੇਖੋ ਇਹ ਸ਼ਾਨ ਦੇ ਖਿਲਾਫ ਜਿਹੜੇ ਮਜੀਠੀਆ ਸਾਹਿਬ ਬੋਲਦੇ ਨੇ, ਇਹ ਕੋਈ ਚੰਗਾ ਨਹੀਂ। ਦੇਖੋ ਮੈਂ ਕਾਂਗਰਸ ਦਾ ਬੁਲਾਰਾ, ਮੈਂ ਉਹਨਾਂ ਨੂੰ ਫਿਰ ਮਜੀਠੀਆ ਸਾਹਿਬ ਕਹਿ ਕੇ ਤੁਹਾਡੇ ਲੀਡਰ ਵੀ ਕਦੇ ਲੰਬੂ ਬੋਲਦੇ, ਕਦੇ ਕੁਝ ਬੋਲਦੇ, ਮੈਂ ਲੀਡਰ ਦਾ ਨਾਮ ਨਹੀਂ ਲੈਣਾ ਚਾਹੁੰਦਾਗਾ। ਇਹੋ ਜਿਹੀ ਪੋਲਿਟਿਕਸ ਤੁਹਾਨੂੰ ਸਾਰਿਆਂ ਨੂੰ ਅਵੋਇਡ ਕਰਨਾ ਚਾਹੀਦਾ ਸਰ, ਸਾਰਿਆਂ ਨੂੰ ਅਵੋਇਡ ਕਰਨਾ ਚਾਹੀਦਾ। ਨਰਿੰਦਰ ਸੰਧੂ ਆਈ ਐਗਰੀ ਕੇਪੀ ਸਿੰਘ ਜੀ, ਮੈਂ ਆਪ ਚਾਹਨਾ ਵਾਂ ਜਿਹੜੀ ਰਾਜਨੀਤੀ ਆ ਉਹ ਸਾਫ਼ ਤੇ ਸੁਥਰੀ ਹੋਵੇ। ਦੇਖੋ ਜਿਹੜਾ ਪੰਜਾਬ ਮਾਡਲ ਸਿੱਧੂ ਸਾਹਿਬ ਨੇ ਪੇਸ਼ ਕਰਨਾ, ਉਹਦੀ ਝਲਕ ਤੁਹਾਨੂੰ ਜਿਹੜੇ ਸਿੱਧੂ ਸਾਹਿਬ ਦੇ ਕੇਸ ਦੇ ਵਿੱਚੋਂ ਤੁਹਾਨੂੰ ਦਿਸਣ ਲੱਗ ਪਈ। ਜਿਵੇਂ ਵਿਦੇਸ਼ਾ ਸਾਹਿਬ ਨੇ ਤੇ ਆਮ ਆਦਮੀ ਪਾਰਟੀ ਨੇ ਕਿਹਾ ਸੀ ਇਹਨਾਂ ਦਾ ਕੇਸ ਕਮਜ਼ੋਰ ਹੈ, ਜ਼ਮਾਨਤਾਂ ਮਿਲ ਜਾਣੀਆਂ, ਤੁਹਾਨੂੰ ਸਟੀਕ ਜਾਣਕਾਰੀ ਮਿਲਣੀ ਸ਼ੁਰੂ ਹੋ ਗਈ ਹੈ ਵੀ ਇਹ ਜਿਹੜਾ ਕੋਈ ਬੰਦਾ, ਚਾਹੇ ਮਜੀਠੀਆ ਹੋਵੇ, ਚਾਹੇ ਮੈਂ ਹਾਂ, ਚਾਹੇ ਤੁਸੀਂ ਹੋ, ਚਾਹੇ ਕੋਈ ਬੰਦਾ ਹੋਵੇ, ਜਿਹੜਾ ਕਾਨੂੰਨ ਦੇ ਖਿਲਾਫ ਜਾਊਗਾ, ਜਿਹੜਾ ਡਰੱਗ ਦੇ ਵਿੱਚ ਇਨਵੋਲਵ ਹੋਊਗਾ, ਉਹਨੂੰ ਸਜ਼ਾ ਮਿਲਣੀ ਹੈ। ਦੇਖੋ ਅਸੀਂ ਇਹਨਾਂ ਦੇ ਸਰਕਾਰ ਲਈ 10 ਸਾਲ 7 ਤੋਂ ਲੈ ਕੇ 17 ਤੱਕ, ਉਦੋਂ ਆ ਜਿਹੜੀ ਮੇਰੇ ਖਿਆਲ ਹੈਗੀ ਸੀ ਮੈਡੀਸਨ, ਕੀ ਨਾਂ ਸੀ, ਸਿਡਰੋਫਰਿਨ, ਅਸੀਂ ਤੇ ਸੁਣੀ ਕਦੀ ਨਹੀਂ। ਚਿੱਟਾ ਇਹ ਸ਼ਬਦ ਅਸੀਂ ਸੁਣੇ ਸੀ, ਇਹ ਮਾਫੀਆ, ਇਹ ਡਰੱਗ ਇੱਕ ਕਦੀ ਸੁਣੇ ਹੀ ਨਹੀਂ ਸੀ। ਮੈਂ ਇਹ ਨਹੀਂ ਮੰਨਦਾ ਵੀ ਸਾਡੀ ਸਰਕਾਰ ਦੇ ਵਿੱਚ ਵੀ ਨਹੀਂ, ਇਹ ਵੀ ਤੁਰੇ ਫਿਰਦੇ ਰਹੇ। ਪੌਣੇ 5 ਸਾਲ ਜਿਹੜੀ ਸਰਕਾਰ ਰਹੀ ਆ, ਮਿਲੀ ਭਗਤ ਵਾਲੀ ਸਰਕਾਰ ਰਹੀ ਆ, ਸਾਨੂੰ ਮੰਨਣ ਚ ਕੋਈ ਵੀ ਸ਼ੱਕ ਨਹੀਂ ਗਾ, ਅਸੀਂ ਕਿ ਮੰਨਦੇ ਆ। ਤਾਈਆਂ ਤੇ ਜਿਹੜਾ ਕੇਸ ਕਮਜ਼ੋਰ ਸੀ, ਲਿਫਾਫੇ ਬੰਦ ਰਹੇ, ਹੁਣ ਖਿਲਾਏ ਆ। ਪੰਜਾਬ ਮਾਡਲ ਅਗਲੇ 5 ਸਾਲ ਵੀ ਸਾਡੀ ਸਰਕਾਰ ਆਣੀ, ਮੈਂ ਤੁਹਾਨੂੰ ਇਸ ਚੈਨਲ ਰਾਹੀਂ ਕਹਿ ਰਿਹਾ, ਸਭ ਕੁਝ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਊਗਾ। ਰੇਤ ਮਾਫੀਆ, ਲਿਕਰ ਮਾਫੀਆ, ਜਿਹੜੀ ਡਰੱਗ ਮਾਫੀਆ, ਇਹਨਾਂ ਸਾਰੇ ਦਾ ਨੱਥ ਪਊ। ਨਰਿੰਦਰ ਸੰਧੂ ਤੁਸੀਂ ਇੱਕ ਐਗਜ਼ਾਮਪਲ ਦਿੱਤੀ ਹੈ, ਫੜ ਮਾਰਨੀ ਸੌਖੀ ਹੈ, ਗਾਣੇ ਦਾ ਜ਼ਿਕਰ ਕੀਤਾ ਤੁਸੀਂ। ਮੈਂ ਸਰ ਇੱਕ ਫਿਲਮ ਦਾ ਜ਼ਿਕਰ ਕਰਨਾ, ਨਾਇਕ ਮੂਵੀ ਆਈ ਸੀ, ਇੱਕ ਦਿਨ ਦਾ ਮੁੱਖ ਮੰਤਰੀ ਹੈ ਜਿਹੜਾ। ਮੇਰਾ ਸਵਾਲ ਹੈ, ਤੁਸੀਂ ਹੁਣ 111 ਦਿਨ ਦੇ ਮੁੱਖ ਮੰਤਰੀ ਵਾਲੀ ਫਿਲਮ ਬਣਾ ਦੋਗੇ, ਲੋਕ ਭੁੱਲ ਜਾਣਗੇ ਪੌਣੇ 5 ਸਾਲ ਤੁਸੀਂ ਕੀ ਕੀਤੇ ਆ ਸੰਧੂ ਸਾਹਿਬ? ਦੇਖੋ ਕੇਪੀ ਸਿੰਘ ਜੀ, ਮੈਂ ਤੁਹਾਨੂੰ ਫੇਰ ਕਹਿਣਾ, ਸਾਨੂੰ ਕਹਿਣ 'ਚ ਕੋਈ ਹਰਜ ਨਹੀਂਗਾ। ਜੇ ਸਾਡੇ 111 ਦਿਨ ਦੀ ਸਰਕਾਰ ਤੁਹਾਨੂੰ ਚੰਗੀ ਲੱਗਦੀ, ਸਾਨੂੰ ਵੋਟਾਂ ਪਾਇਓ, ਨਹੀਂ ਨਾ ਪਾਇਓ, ਇਸ ਤੋਂ ਵੱਡੀ ਗੱਲ ਹੋ ਸਕਦੀ ਹੈ। ਚਲੋ ਪੌਣੇ 5 ਸਾਲ ਦੇ ਵਿੱਚ, ਪੌਣੇ 5 ਸਾਲ ਦੇ ਵਿੱਚ ਤੇ ਸਾਰੀ ਦੁਨੀਆ ਪਿੱਟਦੀ ਰਹੀ ਹੈ, ਸਾਡੇ ਮੰਤਰੀ ਪਿੱਟਦੇ ਰਹੇ ਆ, ਸਾਡੇ ਐਮਐਲਏ ਪਿੱਟਦੇ ਰਹੇ ਆ, ਤੇ ਜਿਹੜਾ ਫ੍ਰੈਂਡਲੀ ਮੈਸੇਜ ਚੱਲਦਾ ਰਿਹਾ। ਇੱਕ ਬੰਦਾ ਦੱਸ ਦਿਓ ਜਿਹਨੇ ਅਸਤੀਫਾ ਦਿੱਤਾ ਹੋਵੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ, ਮੰਤਰੀ ਨੇ ਤੁਹਾਡੇ ਨੇ ਵੀ ਇਹ ਕਹਿ ਕੇ ਕਿ ਕੈਪਟਨ ਅਮਰਿੰਦਰ ਸਿੰਘ ਕੰਮ ਨਹੀਂ ਕਰਦੇ, ਇੱਕ ਬੰਦਾ ਦੱਸ ਦਿਓ ਸਰ। ਦੇਖੋ ਤੁਸੀਂ ਕਹਿ ਰਹੇ ਹੋ ਨਾ ਪਿੱਟਦੇ ਰਹੇ ਆ, ਤੁਸੀਂ ਸ਼ਬਦ ਵਰਤਿਆ ਸਰ, ਪਿੱਟਦੇ ਰਹੇ ਆ ਅਸੀਂ, ਦੱਸੋ ਸਰ ਇੱਕ ਮੰਤਰੀ ਦੱਸੋ ਸਰ। ਜਦੋਂ ਨਵਜੋਤ ਸਿੰਘ ਸਿੱਧੂ ਆਇਆ, ਅੱਜ ਨਵਜੋਤ ਸਿੰਘ ਸਿੱਧੂ ਨੇ ਵੀ ਆਪਣੀ ਪਾਰਟੀ 'ਚ ਬਗਾਵਤ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਅੱਜ ਤੁਸੀਂ ਸਾਰੇ ਕਹਿੰਦੇ ਜੇ ਨਵਜੋਤ ਸਿੱਧੂ ਆਪਣੀ ਸਰਕਾਰ ਦੇ ਵਿਰੁੱਧ ਬੋਲਦਾ, ਮੈਂ ਹੱਕ ਠੋਕ ਕੇ ਕਿੰਨਾ ਬੋਲਦਾ, ਕੌਣ ਬੋਲ ਸਕਦਾ? ਆਪਾਂ ਸਾਰੇ ਬੁਲਾਰੇ ਬੈਠੇ ਆ, ਤੁਸੀਂ ਕੋਈ ਬੰਦਾ, ਕੋਈ ਪ੍ਰਧਾਨ ਆਪਣੇ ਸੀਐਮ ਦੇ ਵਿਰੁੱਧ ਬੋਲ ਸਕਦਾ? ਕੁਰਸੀ ਦਾ ਡਰ ਹੁੰਦਾ, ਆਪਣੀ ਸ਼ੋਹਰਤ ਦਾ ਡਰ ਹੁੰਦਾ, ਜਿਹੜੇ ਪੈਸਿਆਂ ਦੇ ਉਹਨਾਂ ਦਾ ਡਰ ਹੁੰਦਾ। ਪਰ ਅਸੀਂ ਸੀਐਮ ਸਾਹਿਬ ਦੇ ਵਿਰੁੱਧ ਜਾਂ ਸਰਕਾਰ ਦੇ ਵਿਰੁੱਧ ਨਹੀਂ ਬੋਲਦੇ, ਅਸੀਂ ਬੋਲਦੇ ਆ ਭ੍ਰਸ਼ਟਾਚਾਰ ਦੇ ਵਿਰੁੱਧ। ਸਿੱਧੂ ਸਾਹਿਬ ਭ੍ਰਸ਼ਟਾਚਾਰ ਦੇ ਵਿਰੁੱਧ ਬੋਲਦੇ ਸੀ, ਅਸੀਂ ਸਾਰੇ ਬੁਲਾਰੇ ਬੋਲਦੇ ਆ ਤੇ ਬੋਲਦੇ ਰਵਾਂਗੇ। ਸਾਰੇ ਸਾਡੀ ਕੁਰਸੀ ਜਾਂਦੀ ਹੈ, ਸ਼ੋਹਰਤ ਜਾਂਦੀ ਜਾਵੇ। ਚਲੋ ਮੈਂ ਇੱਕ ਹੋਰ ਛੋਟਾ ਬ੍ਰੇਕ ਲਵਾਂਗਾ, ਬ੍ਰੇਕ ਤੋਂ ਬਾਅਦ ਮਿਸਟਰ ਮੈਨੀ ਕੋਲੇ ਜਾਵਾਂਗੇ ਵਾਪਸ। ਬਿਕਰਮ ਮਜੀਠੀਆ ਦਾ ਹੁਣ ਕੀ ਬਣੇਗਾ? ਇਹ ਡਿਬੇਟ ਬੜੀ ਸਿੰਸੈਰਿਟੀ ਮੰਗਦੀ ਹੈ, ਕਿਉਂਕਿ ਇਲਜ਼ਾਮ ਤਰਾਸ਼ੀਆਂ ਬਹੁਤ ਹੋ ਰਹੀਆਂ।
ਤੇ ਉਸ ਇਲਜ਼ਾਮ ਤਰਾਸ਼ੀਆਂ ਦੇ ਵਿਚਾਲੇ ਤੁਹਾਡਾ ਜਿਹੜਾ ਇਹ ਲੀਗਲ ਮੁੱਦਾ ਹੈਗਾ, ਕਾਨੂੰਨੀ ਮੁੱਦਾ ਹੈਗਾ, ਉਹ ਇੱਕ ਸਿਆਸਤ ਦਾ ਰੂਪ ਲੈ ਕੇ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾ ਰਿਹਾ। ਇਹ ਕਾਨੂੰਨੀ ਮੁੱਦੇ ਤਹਿਤ ਮੇਰਾ ਇਹ ਸਵਾਲ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਣਾ ਜ਼ਰੂਰ ਚਾਹੀਦਾ ਕਿ ਪੰਜਾਬ ਨੂੰ ਇਸ ਦਾ ਹਾਸਲ ਕੀ ਹੈ। ਪੰਜਾਬ ਦੇ ਵਿੱਚ ਨਸ਼ਾ ਮੁੱਕ ਜੂਗਾ, ਪੰਜਾਬ ਦੇ ਵਿੱਚ ਜਿਹੜੇ ਮੁੰਡੇ ਮਰਦੇ ਪਏ ਆ ਉਹ ਬੰਦ ਹੋ ਜਾਣਗੇ, ਮੁੰਡੇ ਮਰਨੇ ਬੰਦ ਹੋ ਜਾਣਗੇ, ਨੌਜਵਾਨ ਮੁੰਡੇ ਕੁੜੀਆਂ ਜਿਹੜੇ ਇਸ ਦਾ ਸ਼ਿਕਾਰ ਹੋ ਰਿਹਾ ਉਹ ਬੰਦ ਹੋ ਜਾਏਗਾ। ਇਹ ਸਵਾਲ ਹੈ ਸਰਕਾਰਾਂ ਨੂੰ ਕਰਨਾ ਚਾਹੀਦਾ, ਸਰਕਾਰਾਂ ਅੱਗੇ ਹੋਣਾ ਚਾਹੀਦਾ। ਵਾਪਸ ਆ ਰਿਹਾ ਸਵਾਲ ਹੈ ਪੰਜਾਬ ਦਾ ਕੀ ਬਣੇਗਾ। ਮਜੀਠੀਆ ਖਿਲਾਫ ਕੱਸਦਾ ਕਾਨੂੰਨੀ ਸ਼ਿਕੰਜਾ ਪੰਜਾਬ ਦੇ ਸਿਆਸੀ ਦੰਗਲ ਨੂੰ ਕਿੱਧਰ ਲਿਜਾਵੇਗਾ, ਕਿਉਂਕਿ ਸਵਾਲ ਸਿਆਸੀ ਦੰਗਲ ਦਾ ਹੈ। ਮੈਣੀ ਸਾਹਿਬ, ਪੰਜਾਬ ਦੇ ਵਿੱਚੋਂ ਜੇ ਨਸ਼ਾ ਮੁਕਾਉਣਾ ਤਾਂ ਸਰਕਾਰ ਨੂੰ ਕੀ ਕਰਨਾ ਚਾਹੀਦਾ? ਮੈਣੀ ਸਾਹਿਬ ਦੇਖੋ, ਸਰਕਾਰ ਦੀ ਵਿਲ ਪਾਵਰ ਹੋਣੀ ਚਾਹੀਦੀ ਹੈ। 16 ਮਾਰਚ 2017 ਨੂੰ ਕਾਂਗਰਸ ਦੀ ਸਰਕਾਰ ਨੇ ਸਹੁੰ ਚੁੱਕੀ ਸੀ। ਅੱਜ 24 ਜਨਵਰੀ 2022 ਹੈ। ਤੁਸੀਂ ਕਿਸੇ ਵੀ ਬੰਦੇ ਦੇ ਉੱਤੇ ਇਲਜ਼ਾਮ ਲਾ ਸਕਦੇ ਕਿ ਉਹ ਨਸ਼ਾ ਵਿਕਾ ਰਿਹਾ ਸੀ, ਉਹਦੇ ਤੇ ਨਸ਼ੇ ਦੇ ਕੇਸ ਚੱਲ ਰਹੇ ਆ। ਇਹ 5 ਸਾਲ ਤੁਹਾਡੀ ਸਰਕਾਰ ਰਹੀ ਆ, ਕਾਂਗਰਸ ਦੀ ਸਰਕਾਰ ਰਹੀ ਆ। ਤੁਸੀਂ ਪਹਿਲਾਂ ਕੈਪਟਨ ਸਾਹਿਬ ਤੁਹਾਡੇ ਮੁੱਖ ਮੰਤਰੀ ਸੀ, ਫਿਰ ਚੰਨੀ ਸਾਹਿਬ ਮੁੱਖ ਮੰਤਰੀ ਸੀ। ਤੁਸੀਂ ਇਹਨਾਂ ਕੋਈ ਤੁਹਾਡਾ ਕਾਂਗਰਸੀ ਇਸ ਦੌਰਾਨ ਕਹਿ ਸਕਦਾ ਕਿ ਨਸ਼ਾ ਬਿਲਕੁਲ ਬੰਦ ਹੋ ਗਿਆ? ਕੌਣ ਵਿਕਾ ਰਿਹਾ ਸੀ ਨਸ਼ਾ ਇਸ ਸਮੇਂ ਦੌਰਾਨ? ਨਸ਼ਾ ਕੌਣ ਵਿਕਾ ਰਿਹਾ ਸੀ? ਸਾਡੇ ਮਾਝੇ ਦੇ ਚਾਰੇ ਬੰਦੇ ਮਾਝੇ ਦੇ ਇਸ ਵੇਲੇ ਖੜੇ ਮੇਰੇ ਪੈਨਲ 'ਚ ਹੈਗੇ ਆ। ਪਿਛਲੇ ਸਾਲ 130 ਬੰਦੇ ਮਾਝੇ ਦੇ ਵਿੱਚ ਨਜਾਇਜ਼ ਜਿਹੜੀ ਲਿਕਰ ਜਿਹੜੀ ਪੀ ਕੇ ਉਹ ਮਰ ਗਏ ਸੀ। ਕੀ ਉਹਨਾਂ ਨੂੰ ਕੋਈ ਸਜ਼ਾ ਦਵਾ ਸਕੇ? ਨਸ਼ਾ ਖਤਮ ਕਰਤਾ ਤੁਸੀਂ। ਤੇ ਜਦੋਂ ਆਪਾਂ ਪੰਜਾਬੀਆਂ ਨੇ ਕਿਸੇ ਗੱਲ ਦੇ ਉੱਤੇ ਥੋੜਾ ਵਜਨ ਵਿਖਾਉਣਾ ਹੋਵੇ ਨਾ, ਆਪਾਂ ਕਹਿੰਦੇ ਮੈਂ ਸਹੁੰ ਖਾਨਾ। ਕੈਪਟਨ ਸਾਹਿਬ ਨੇ ਤਖਤ ਸਾਹਿਬ ਵੱਲ ਮੂੰਹ ਕਰਕੇ ਗੁਟਕਾ ਸਾਹਿਬ ਨੂੰ ਫੜ ਕੇ ਕਿਹਾ ਸੀ ਕਿ ਮੈਂ 4 ਹਫ਼ਤਿਆਂ 'ਚ ਪੰਜਾਬ 'ਚੋਂ ਨਸ਼ਾ ਖਤਮ ਕਰ ਦਿਆਂਗਾ, ਨਸ਼ੇ ਦਾ ਲੱਕ ਤੋੜ ਦਿਆਂਗਾ, ਨਸ਼ੇ ਦਾ ਲੱਕ ਤੋੜ ਦਿਆਂਗਾ। ਨਸ਼ਾ ਮੁਕਾਇਆ ਨਹੀਂ ਜਾ ਸਕਦਾ ਮੈਣੀ ਸਾਹਿਬ, ਨਸ਼ਾ ਮੁਕਾਇਆ ਨਹੀਂ ਜਾ ਸਕਦਾ। ਇਹ ਸਾਨੂੰ ਸੱਚ ਕਬੂਲ ਕਰਨਾ ਪਊਗਾ। ਨਸ਼ੇ ਦਾ ਲੱਕ ਟੁੱਟ ਗਿਆ ਜੀ ਕੇਪੀ ਸਿੰਘ ਜੀ, ਟੁੱਟ ਗਿਆ ਲੱਕ। ਦੱਸੋ ਤੁਸੀਂ। ਨਹੀਂ ਟੁੱਟਿਆ ਨਾ, ਮੈਂ ਤਾਂ ਕਹਿ ਰਿਹਾ ਨਹੀਂ ਟੁੱਟਿਆ। ਨਾ ਤੁਹਾਡੇ ਵੇਲੇ ਨਸ਼ਾ ਲੱਕ ਟੁੱਟਿਆ, ਨਾ ਇਹਨਾਂ ਵੇਲੇ ਟੁੱਟਿਆ। ਇਹਦੇ ਲਈ ਇੱਕ ਬਹੁਤ ਸਿੰਸੀਅਰ ਸਟੇਬਲ ਸਰਕਾਰ ਦੀ ਜ਼ਰੂਰਤ ਹੈ, ਜਿਹੜੀ ਪੋਲੀਟੀਕਲ ਵਿਲ ਹੋਵੇ, ਜਿਹਦੀ ਕਿ ਮੈਂ ਪੰਜਾਬੀਅਤ ਤੇ ਪੰਜਾਬ ਸੋਹਣੇ ਪੰਜਾਬ ਨੂੰ ਬਚਾਉਣਾ, ਇਹਦੇ ਵਿੱਚੋਂ ਨਸ਼ਾ ਖਤਮ ਕਰਨਾ। ਮੈਣੀ ਸਾਹਿਬ ਸਥਿਰ ਸਰਕਾਰ ਦੀ ਤੁਸੀਂ ਗੱਲ ਕਰਦੇ ਹੋ, ਜੇ ਤੁਹਾਡੀ ਸਰਕਾਰ ਆ ਗਈ ਇਹ FIR ਰੱਦ ਕਰ ਦੋਗੇ, ਸਾਰੇ ਮਾਮਲਾ ਖਤਮ ਕਰ ਦੋਗੇ? ਅਦਾਲਤ ਵਿੱਚ ਹੈ ਹੁਣ ਇਹ ਮਾਮਲਾ, ਇਹਦੀ ਇਨਵੈਸਟੀਗੇਸ਼ਨ ਦੇਖੋ। ਮਸਲਾ ਹੀ ਸੁਪਰੀਮ ਕੋਰਟ ਦੇ ਵਿੱਚ ਹੁਣ ਚਲੇ ਜਾਣਾ ਜੀ, ਕੋਰਟ ਦੇ ਅਧੀਨ ਹੈ। ਮੈਂ ਉਹਦੇ ਤੇ ਕੋਈ ਕਮੈਂਟ ਨਹੀਂ ਕਰੂੰਗਾ ਜੀ। ਫ੍ਰੀ ਐਂਡ ਜਿਹੜੀ ਫੇਅਰ ਹੈ ਇਨਕੁਆਇਰੀ ਇਸ ਮਸਲੇ ਦੀ ਜ਼ਰੂਰ ਹੋਏਗੀ ਜੀ। ਚਲੋ ਹਾਂ ਮਿਸਟਰ ਨਰਿੰਦਰ ਸੰਧੂ, ਲਾਸਟ ਕਮੈਂਟ ਤੁਹਾਡਾ। ਮੈਂ ਆ ਰਿਹਾ ਜਸਕਰਨ ਜੀ। ਲਾਸਟ ਦੇਖੋ, ਮੈਣੀ ਸਾਹਿਬ ਨੇ ਬੜੀ ਵਧੀਆ ਗੱਲ ਕਹੀ ਆ। ਆਪਾਂ ਸਾਰੇ ਮੱਝੇ ਤੋਂ ਆ, ਅਸੀਂ ਇਹ ਸਾਡੇ ਹੀ ਧੀਆਂ ਪੁੱਤ ਸਾਰੇ ਸਮਾਜ 'ਚ ਵਿਚਰਦੇ ਨੇ। ਨਸ਼ਾ ਕੂੜਿਆ ਪੰਜਾਬ ਵਾਸਤੇ। ਦੇਖੋ 1 ਮਿੰਟ 'ਚ ਮੈਂ ਆਪਣੀ ਇਸ ਗੱਲ ਸਮੇਟ ਲੂੰਗਾ। ਤਾਈਆਂ ਤੇ ਸਿੱਧੂ ਸਾਹਿਬ ਨੇ ਕਿਹਾ ਵੀ ਲਿਕੁਇਡ ਕਾਰਪੋਰੇਸ਼ਨ ਬਣਾਇਆ ਜਾਊਗਾ। ਸਾਡੇ ਪਿੰਡਾਂ ਦੇ ਵਿੱਚ ਦੇਸੀ ਸ਼ਰਾਬ ਪੀ ਕੇ ਲਾਹਣ ਪੀ ਕੇ ਸਾਡੇ ਨੌਜਵਾਨ, ਸਾਡੇ ਬਜ਼ੁਰਗ ਜਿਹੜੇ ਉਹ ਮੌਤ ਦੇ ਆਗੋਸ਼ ਜਾਣ ਦੇ। ਮੈਂ ਸ਼ਰਾਬ ਦੇ ਖਿਲਾਫ ਹਾਂ, ਪਰ ਜੇ ਪਾਲਿਸੀ ਬਣੇ ਇਹਦੇ ਨਾਲ ਦੇਸੀ ਸ਼ਰਾਬ ਨਹੀਂ ਵਿਕੂਗੀ, ਜਿਹੜੀ ਓਰੀਜਨਲ ਸਹੀ ਸ਼ਰਾਬ ਹੈ ਵਿਕੂਗੀ। ਜਿਹੜਾ 2 ਨੰਬਰ ਦਾ ਕੰਮ ਹੈ ਬੰਦ ਹੋ ਜਾਊਗਾ। ਦੇਖੋ ਅੱਜ ਅਸੀਂ ਨੀਂਹ ਰੱਖੀ ਆ ਤੇ ਵਧੀਆ ਬਿਲਡਿੰਗ ਬਣਾਵਾਂਗੇ, ਪਰ ਮੈਨੂੰ ਬਹੁਤ ਅਫਸੋਸ ਹੁੰਦਾ ਵਾ ਵੀ ਨੀਂਹ ਰੱਖਦੇ ਸਾਨੂੰ ਸਾਡੀ ਪਾਰਟੀਆਂ ਨੀਂਹ ਦੇ ਵਿੱਚ ਛੇਕ ਮੋਰੇ ਕਰਕੇ ਇਹਨੂੰ ਨੀਂਹ ਨੂੰ ਡਿਸਟਰੋਏ ਕਰ ਰਹੇ ਨੇ। ਹੱਥ ਜੋੜ ਕੇ ਬੇਨਤੀ ਹੈ, ਰਾਜਨੀਤੀ ਉੱਤੇ ਉੱਠੀਏ, ਆਪਾਂ ਇੱਕ ਪੰਜਾਬ ਸਿਰਜੀਏ ਤਾਂ ਜੋ ਇਹ ਸਾਡੀ ਨੌਜਵਾਨ ਜਿਹੜੀ ਪੀੜ੍ਹੀ ਹੈ ਗਾਂ ਬਚ ਸਕੇ। ਚਲੋ ਮੈਂ ਨਰਿੰਦਰ ਸੰਧੂ ਇੱਕ ਸਵਾਲ ਕਰ ਲੂੰਗਾ ਤੁਹਾਨੂੰ ਜਾਂਦਾ ਹੋਇਆ। ਮਿਸਟਰ ਮਜੀਠੀਆ ਨੂੰ ਜੇ ਤੁਸੀਂ ਲੋਕ ਗ੍ਰਿਫਤਾਰ ਕਰ ਲੈਂਦੇ ਹੋ, ਮਜੀਠੀਆ ਦੇ ਉੱਤੇ ਇਹ ਪੂਰਾ ਕੇਸ ਚੱਲਦਾ ਹੈ ਕਿ ਪੰਜਾਬ ਵਿੱਚੋਂ ਨਸ਼ਾ ਖਤਮ ਹੋ ਜਾਊਗਾ, ਡਰੱਗ ਖਤਮ ਹੋ ਜਾਊਗੀ? ਨਰਿੰਦਰ ਸੰਧੂ ਦੇਖੋ, ਉਹਨਾਂ ਨੂੰ ਫੜਨਾ ਜਾਂ ਨਾ ਫੜਨਾ ਇਹ ਮਾਨਯੋਗ ਅਦਾਲਤਾਂ ਦਾ ਕੰਮ ਹੈ, ਸਾਡਾ ਇਹ ਕੰਮ ਨਹੀਂ। ਸਾਡਾ ਕੰਮ ਹੈ ਨਸ਼ੇ ਨੂੰ ਬਚਾਉਣਾ। ਸਾਡੇ ਉਹਨਾਂ ਨੇ ਕੋਈ ਜ਼ਾਤੀ ਦੁਸ਼ਮਣੀ ਨਹੀਂ। ਮੇਰਾ ਸਵਾਲ ਇਹ ਨਹੀਂ ਹੈਗਾ ਨਰਿੰਦਰ ਸੰਧੂ, ਮੇਰਾ ਸਵਾਲ ਇਹ ਹੈ ਜੇ ਮਿਸਟਰ ਮਜੀਠੀਆ ਦੇ ਸ਼ਿਕੰਜਾ ਕੱਸਿਆ ਗਿਆ ਕਿ ਪੰਜਾਬ ਵਿੱਚ ਨਸ਼ੇ ਦਾ ਲੱਕ ਟੁੱਟ ਜਾਊਗਾ? ਸਰ ਮੇਰਾ ਸਵਾਲ ਤਾਂ ਇਹ ਹੈ। ਬਿਲਕੁਲ। ਦੇਖੋ ਜੀ, ਅਸੀਂ ਤੇ ਨਸ਼ੇ ਦੇ ਵਾਸਤੇ ਅਸੀਂ ਨਵਾਂ ਜਿਹੜਾ ਮਾਡਲ ਪੰਜਾਬ ਬਣਾਇਆ, ਇਹਦੇ ਵਿੱਚ ਸਭ ਤੋਂ ਪਹਿਲਾਂ ਨਸ਼ੇ ਦੀ ਗੱਲ ਕੀਤੀ ਹੈ। ਤੁਹਾਨੂੰ ਮੈਂ ਹੁਣੇ ਤੇ ਕਹਿ ਕੇ ਹਟਿਆ ਵੀ ਲਿਕੁਇਡ ਮੇਰਾ ਸਵਾਲ ਇਹ ਨਰਿੰਦਰ ਸੰਧੂ, ਮੇਰਾ ਸਵਾਲ ਇਹ ਨਹੀਂ ਹੈਗਾ ਨਾ, ਮੇਰਾ ਸਵਾਲ ਇਹ ਨਹੀਂ ਹੈਗਾ। ਮੇਰਾ ਸਵਾਲ ਹੈ, ਫਿਰ ਦੁਬਾਰਾ ਦੁਹਰਾ ਰਿਹਾ ਸਰ, ਮਿਸਟਰ ਮਜੀਠੀਆ ਦੇ ਉੱਤੇ ਜੇ ਸ਼ਿਕੰਜਾ ਕੱਸਿਆ ਜਾਂਦਾ ਸੁਪਰੀਮ ਕੋਰਟ ਵਿੱਚੋਂ ਵੀ ਨਹੀਂ ਉਹਨਾਂ ਨੂੰ ਰਾਹਤ ਮਿਲਦੀ ਕਿ ਪੰਜਾਬ ਵਿੱਚ ਨਸ਼ੇ ਦਾ ਲੱਕ ਟੁੱਟ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ? ਨਰਿੰਦਰ ਸੰਧੂ ਦੇਖੋ, ਅਸੀਂ ਨਸ਼ੇ ਦਾ ਲੱਕ ਤੋੜ ਕੇ ਹੀ ਰਵਾਂਗੇ, ਉਹਨਾਂ ਦਾ ਕੋਈ ਸਾਡਾ ਤਾਲੁਕ ਨਹੀਂ। ਅਸੀਂ ਨਸ਼ੇ ਦਾ ਲੱਕ ਤੋੜ ਕੇ ਰਵਾਂਗੇ। ਭਾਈ ਉਹ ਕੌਰ ਬਾਈ ਕਰੋ ਅਸੀਂ ਤੋੜਨਾ ਹੈ। ਹਾਂ ਜਸਕਰਨ ਜੀ, ਲਾਸਟ ਕਮੈਂਟ ਪਲੀਜ਼। ਕੇਪੀ ਸਿੰਘ ਜੀ ਉੱਚ ਬੜੀ ਇੰਪੋਰਟੈਂਟ ਗੱਲ ਜਿਹੜੀ ਹੈਗੀ ਸਾਰੀ ਘਟਨਾਕ੍ਰਮ ਚ ਜਿਹੜਾ ਮੇਨ ਤੱਤ ਹੈਗਾ, ਜਿਹੜਾ ਸਾਡਾ ਫੋਕਸਿੰਗ ਜਿਹੜੀ ਅਗਲੇ ਸਮੇਂ 'ਚ ਹੋਊਗੀ, ਜੇ ਅਸੀਂ ਸੱਤਾ ਜਾਵਾਂਗੇ ਤਾਂ
ਕਾਨੂੰਨ ਤੇ ਨਿਆਂ ਦੇ ਵਿੱਚ ਸਾਡੇ ਨੌਜਵਾਨਾਂ ਦਾ, ਸਾਡੇ ਸਮਾਜ ਦਾ, ਸਾਡੇ ਪੂਰੇ ਤਾਣੇ ਬਾਣੇ ਦਾ ਵਿਸ਼ਵਾਸ ਇਹਨਾਂ 15-20 ਸਾਲਾਂ 'ਚ ਕਿਉਂ ਘਟਿਆ, ਇਹ ਬਹੁਤ ਅਹਿਮ ਸਵਾਲ ਹੈਗਾ। ਪਹਿਲਾਂ ਵੀ ਕਾਰਜਕਾਰਨੀ 'ਚ ਸਿਆਸਤ ਦੀ ਦਖਲਅੰਦਾਜ਼ੀ ਹੁੰਦੀ ਸੀਗੀ, ਲੇਕਿਨ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਮਜੀਠੀਆ ਸਾਹਿਬ ਦੀ ਸਰਕਾਰ ਤੋਂ ਬਾਅਦ ਤੇ ਉਹਨਾਂ ਦੇ ਦਰਮਿਆਨ ਇੰਨਾ ਜ਼ਿਆਦਾ ਦਖਲਅੰਦਾਜ਼ੀ ਹੋਈ ਹੈ, ਕਿਤੇ SSP ਲੱਗਣਾ ਵਾ, ਕਿਤੇ SHO ਲੱਗਣਾ, ਇਹ ਸਾਰੀਆਂ ਐਂ ਲੱਗਦੀਆਂ ਸੀਗੀਆਂ ਪੋਲੀਟੀਕਲ ਪੋਸਟਾਂ ਹੋ ਗਈਆਂ। ਇੱਥੋਂ ਤੱਕ ਪੰਜਾਬ 'ਚ ਇਹ ਹਾਲ ਹੋ ਗਿਆ ਕਿ SHO ਸਾਹਿਬ ਨੇ ਕਿਸੇ ਦੀ ਸਤਿ ਸ੍ਰੀ ਅਕਾਲ ਦਾ ਜਵਾਬ ਦੇਣ ਤੋਂ ਪਹਿਲਾਂ ਵੇਖਦਾ ਕਿ ਅਗਲਾ ਕਾਂਗਰਸੀ ਅਕਾਲੀ ਆ ਜਾਂ ਆਪ ਵਾਲਾ ਹੈਗਾ। ਇਹ ਬਹੁਤ ਮਾੜੀ ਮੰਦਭਾਗੀ ਕਾਨੂੰਨ ਨੂੰ ਜਿਹੜੀ ਪੁਲਿਸ ਡਿਪਾਰਟਮੈਂਟ ਆ ਉਸ ਨੂੰ ਆਜ਼ਾਦਾਨਾ ਨਾਲ ਕੰਮ ਕਰਨ ਹੀ ਨਹੀਂ ਦਿੱਤਾ ਗਿਆ। ਬਹੁਤ ਸਾਰੇ ਕੇਸਿਸ ਅੱਜ ਵੀ ਹਾਈ ਕੋਰਟ 'ਚ ਪੈਂਡਿੰਗ ਨੇ, ਜਿਨ੍ਹਾਂ ਦਾ ਕਤਲ ਹੋਇਆ, ਪਰਚਾ ਵੀ ਉਹਨਾਂ ਤੇ ਦਰਜ ਹੋਇਆ, ਯਾਨੀ ਕਿ ਹਰ ਚੀਜ਼ ਪੋਲੀਟੀਕਲ ਐਂਗਲ ਤੋਂ ਦੇਖਣੀ ਹੈ। ਪਰ ਇਸ ਚੀਜ਼ ਨੇ ਹੀ ਜਿਹੜਾ ਸਾਰਾ ਤਾਣਾ ਬਣਾ ਉਲਝਾਇਆ। ਜੇਕਰ ਨਿਆਂ ਵਿਵਸਥਾ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਵਧੂਗਾ ਤੇ ਉਹਨਾਂ ਦਾ ਯਕੀਨ ਜਿਹੜਾ ਬਣਿਆ ਰਹੇਗਾ ਕਿ ਜੋ ਹੋ ਰਿਹਾ ਸਹੀ ਹੋ ਰਿਹਾ, ਨਹੀਂ ਤੇ ਹਰ ਚੀਜ਼ ਸੰਦੇਹ ਨਾਲ ਵੇਖੀ ਜਾਏਗੀ। ਇਸ ਕੇਸ ਦੇ ਵਿੱਚ ਵੀ ਇਹ ਬਸ ਬਹੁਤ ਜਿਹੜੀ ਸਪਸ਼ਟ ਚੀਜ਼ ਹੋਈ ਹੈ, ਜਿਹੜੀ ਮੈਂ ਹੁਣੇ ਗੱਲ ਦੁਹਰਾ ਰਿਹਾ ਫਿਰ, ਕਿ ਨਿਆਂ ਵਿਵਸਥਾ, ਕਾਨੂੰਨ ਵਿਵਸਥਾ ਨੂੰ ਆਜ਼ਾਦਾਨਾ ਨਾਲ ਕੰਮ ਕਰਨਾ ਸਰਕਾਰ ਦੀ ਪ੍ਰਮੁਖਤਾ ਦੇ ਨਾਲ ਉਹਦੇ ਵੱਲ ਧਿਆਨ ਦੇਣਾ ਚਾਹੀਦਾ। ਔਰ ਜਦੋਂ ਸਾਡੀ ਸਰਕਾਰ ਆਏਗੀ ਅਸੀਂ ਬਿਲਕੁਲ ਪੁਲਿਸ ਨੂੰ ਆਜ਼ਾਦ ਕਰਾਂਗੇ। ਹਰ ਜਾਂਚ ਨਿਰਪੱਖ ਔਰ ਸਮਾਬੱਧ ਜਾਂਚ ਹੋਵੇ ਤੇ ਇਹੋ ਜਿਹੀ ਜਿਹੜੀ ਹੈ ਕਾਨੂੰਨੀ ਅੜਚਨਾਂ 'ਚ ਫਸੇ ਹੋਏ ਕੇਸ, ਗੁੰਝਲਾਂ 'ਚ ਫਸੇ ਹੋਏ ਜਿਨ੍ਹਾਂ ਨੂੰ ਪੋਲੀਟੀਸਾਈਜ਼ ਤੇ ਬਾਅਦ ਹੋਰ ਤਰ੍ਹਾਂ ਦਾ ਵਰਤਿਆ ਜਾਂਦਾ, ਉਹ ਕਦੀ ਮੌਕਾ ਹੀ ਨਾ ਮਿਲੇ। ਪੰਜਾਬ ਨੂੰ ਲੋੜ ਹੈ ਇਸ ਟਾਈਮ ਜਾਂਚ ਏਜੰਸੀਆਂ ਔਰ ਪੁਲਿਸ ਨੂੰ ਆਜ਼ਾਦਾਨਾ ਕੰਮ ਕਰਨ ਲਈ। ਚਲੋ ਠੀਕ ਹੈ ਬਾਠ ਸਾਹਿਬ, ਕੀ ਕਾਨੂੰਨ ਆਜ਼ਾਦਾਨਾ ਤੌਰ ਤੇ ਕੰਮ ਕਰ ਪਾ ਰਿਹਾ? ਇਸ ਪੂਰੇ ਮਾਮਲੇ ਸੰਦਰਭ ਵਿੱਚ ਮੈਂ ਤੁਹਾਨੂੰ ਸਵਾਲ ਕਰ ਰਿਹਾ। ਦੇਖੋ AP ਸਿੰਘ ਜੀ, ਮੈਂ ਨਾ ਬਹੁਤ ਸ਼ੁਰੂ ਤੋਂ ਕਹਿੰਦਾ ਰਿਹਾ ਵਾਂ ਇਸ ਗੱਲ ਦੇ ਉੱਤੇ ਕਿ ਸਾਡੀ ਪੰਜਾਬ ਪੁਲਿਸ ਜਿਹੜੀ ਹੈ ਕਦੇ ਵੀ ਪ੍ਰੋਫੈਸ਼ਨਲ ਜਿਹੜੀ ਹੈ ਟਾਸਕ ਫੋਰਸ, ਪੁਲਿਸ ਫੋਰਸ ਜਿਹੜੀ ਹੈ ਉਹ ਨਹੀਂ ਰਹੀ। ਇਹਦੇ ਵਿੱਚ ਹਮੇਸ਼ਾ ਹੀ ਜਿਹੜਾ ਵਾ, ਚਾਹੇ ਕਿਸੇ ਵੀ ਪਾਰਟੀ ਦੀ ਸਰਕਾਰ ਰਹੀ ਹੋਵੇ, ਦਖਲਅੰਦਾਜ਼ੀ ਇਹਦੇ ਵਿੱਚ ਚੱਲਦੀ ਰਹੀ ਹੈ। ਕਿਉਂਕਿ ਸਾਰਿਆਂ ਨੂੰ ਪਤਾ ਇੱਕ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਮਤਲਬ ਕੋਈ ਗੁਪਤ ਹੋਵੇ ਜਾਂ ਕੀ ਹੋਵੇ, ਇਹ ਤਾਂ ਨੰਗੀ ਸੱਚਾਈ ਰਹੀ ਹੈ ਕਿ ਜਦੋਂ 10 ਸਾਲ ਅਕਾਲੀਆਂ ਦਾ ਰਾਜ ਸੀ, ਉਸ ਵੇਲੇ ਵੀ ਹਲਕਾ ਜਥੇਦਾਰ ਤੋਂ ਬਿਨਾਂ ਜਿਹੜਾ ਵਾ ਕੋਈ ਵੀ ਕੰਮ ਜਿਹੜਾ ਨਹੀਂ ਸੀ ਹੁੰਦਾ, ਚਾਹੇ ਐਫਆਈਆਰ ਰਜਿਸਟਰ ਹੋਣੀ ਹੈ ਚਾਹੇ ਨਹੀਂ ਹੋਣੀ। ਤੇ ਇਸ ਵੇਲੇ ਵੀ ਜਦੋਂ ਕਾਂਗਰਸ ਦੀ ਸਰਕਾਰ ਰਹੀ ਹੈ, ਇਹਦੇ ਦੌਰਾਨ ਵੀ ਜਿਹੜੀ ਹੈ ਉਹ ਲਗਾਤਾਰ ਦਖਲਅੰਦਾਜ਼ੀ ਪੁਲਿਸ ਦੀ ਫੰਕਸ਼ਨਿੰਗ ਦੇ ਵਿੱਚ ਲਗਾਤਾਰ ਹੁੰਦੀ ਰਹੀ ਹੈ। ਅਨਲੈਸ ਐਂਡ ਅੰਟਿਲ ਕਿ ਸਾਡੀ ਜਿਹੜੀ ਪੁਲਿਸ ਫੋਰਸ ਹੈ ਉਹ ਪੂਰੀ ਤਰ੍ਹਾਂ ਇੰਡੀਪੈਂਡੈਂਟ ਹੋਵੇ, ਜਿਵੇਂ ਕਿ ਘੱਟੋ ਘੱਟ CBI ਤੇ ਵਾਂਗ ਹੋਵੇ, ਜਿਹੜੀ ਕਿ ਚਲੋ ਕਲੇਮ ਕਰਦੇ ਨੇ, ਜਾਂ ਜਿਹੜੀ ਇੱਕ ਬਹੁਤ ਹੀ ਪ੍ਰੋਫੈਸ਼ਨਲ ਜਿਹੜੀ ਆ ਪੁਲਿਸ ਫੋਰਸ ਬਣਾਈ ਜਾਵੇ, ਜਿਨ੍ਹਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਆਜ਼ਾਦੀ ਹੋਵੇ ਕਿ ਤੁਸੀਂ ਜੋ ਹੈ ਫੈਕਟਸ ਦੇ ਬੇਸ ਦੇ ਉੱਤੇ, ਮੈਰਿਟ ਦੇ ਬੇਸ ਦੇ ਉੱਤੇ ਤੁਸੀਂ ਆਪਣਾ ਫੰਕਸ਼ਨਿੰਗ ਕਰਨੀ ਹੈ। ਇਹ ਜਿਹੜੀ ਸਾਡੀ ਪੰਜਾਬ ਪੁਲਿਸ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਨਹੀਂ ਹੈ। ਉਹਦੀ ਮੈਂ ਇੱਕ ਹੀ ਉਦਾਹਰਨ ਦਿੰਦਾ ਕਿ ਘੱਟੋ ਘੱਟ ਜਿਹੜੇ ਹੈ ਉਹ 30 ਤੋਂ 40 ਹਜ਼ਾਰ ਕੇਸ ਹਾਈ ਕੋਰਟ ਦੇ ਵਿੱਚ ਹਰ ਸਾਲ ਆਉਂਦੇ ਆ, ਜਿਨ੍ਹਾਂ ਦੇ ਵਿੱਚ ਦੋ ਚੀਜ਼ਾਂ ਦੀ ਮੰਗ ਹੁੰਦੀ ਹੈ। ਇੱਕ ਇਹ ਕਿ ਸਾਡੀ ਜਿਹੜੀ ਆ FIR ਰਜਿਸਟਰ ਨਹੀਂ ਹੋ ਰਹੀ, ਦੂਸਰੇ ਹੁੰਦੇ ਆ ਕਿ ਸਾਡੀ ਜਿਹੜੀ FIR ਹੈ ਉਹ ਫਾਲਸ ਰਜਿਸਟਰ ਹੋਈ ਹੈ। ਇਹ ਜਿਹੜਾ ਡਾਟਾ ਸਾਡਾ ਹਾਈ ਕੋਰਟ ਦੇ ਵਿੱਚ ਹੈ, ਇਹ ਸ਼ੋ ਕਰਦਾ ਹੈ ਕਿ ਸਾਡੀ ਪੁਲਿਸ ਦੀ ਫੰਕਸ਼ਨਿੰਗ ਜਿਹੜੀ ਹੈ ਉਹ ਕਿਸ ਤਰੀਕੇ ਦੇ ਜਿਹੜੀ ਨਾਲ ਹੈ। ਹਾਂ, ਮਤਲਬ ਜਿਹੜੀ ਆ ਇਸ ਕੇਸ ਦੇ ਵਿੱਚ ਕਿੰਨਾ ਹੋਇਆ ਕਿੰਨਾ ਨਹੀਂ ਹੋਇਆ, ਇਹ ਦੋਨੋਂ ਪਾਸੇ ਜਿਹੜੇ ਆ ਉਹ ਆਪਣੇ ਸਿਆਸਤ ਤੌਰ ਦੇ ਉੱਤੇ ਇਲਜ਼ਾਮਬਾਜ਼ੀ ਜਿਹੜੀ ਆ ਉਹ ਚੱਲ ਰਹੀ ਹੈ। ਔਰ ਸਕਦੇ ਚ ਬੜਾ ਔਖਾ ਵਾ ਕਹਿਣਾ ਕਿ ਬਿਲਕੁਲ ਜਿਹੜਾ ਔਨ ਮੈਰਿਟ ਸਾਰਾ ਕੁਝ ਜਿਹੜਾ ਉਹ ਹੋਇਆ। ਬਾਕੀ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਵਾ ਉਹ ਦੱਸੇਗਾ। ਘੱਟੋ ਘੱਟ ਅੱਜ ਦੇ ਕੇਸ ਦੇ ਵਿੱਚ ਜਿਹੜਾ ਵਾ ਇਹ ਮਜੀਠੀਆ ਸਾਹਿਬ ਦੇ ਵਕੀਲ ਇਹ ਕੋਰਟ ਨੂੰ ਕਨਵਿੰਸ ਨਹੀਂ ਕਰ ਸਕੇ ਕਿ ਇਸ ਕੇਸ ਦੇ ਵਿੱਚ ਜਿਹੜੀ ਹੈ ਉਹ ਜਾਨ ਨਹੀਂ ਹੈ, ਇਹਦੇ ਵਿੱਚ ਸਬਸਟੈਂਸ ਨਹੀਂ ਹੈ, ਇਸ ਕਰਕੇ ਉਹਨਾਂ ਨੂੰ ਰਿਲੀਫ ਨਹੀਂ ਮਿਲਿਆ। ਹਾਂ, ਅੱਗੇ ਸੁਪਰੀਮ ਕੋਰਟ ਵਿੱਚ ਕਿਸ ਤਰੀਕੇ ਦੇ ਨਾਲ ਜਿਹੜਾ ਫੈਸਲਾ ਆਉਂਦਾ ਵਾ ਇਹ ਆਉਣ ਵਾਲਾ ਸਮਾਂ। ਬਾਠ ਸਾਹਿਬ ਇੱਕ ਆਖਰੀ ਸਵਾਲ ਦੁਹਰਾ ਰਹੇ ਨੇ। ਜਸਕਰਨ ਜੀ ਹੁਣ ਟਾਈਮ ਨਹੀਂ ਹੈਗਾ, ਪਲੀਜ਼। ਬਾਠ ਸਾਹਿਬ ਇੱਕ ਸਵਾਲ ਅਖੀਰ ਦੇ ਵਿੱਚ ਦੁਹਰਾ ਰਹੇ ਹਾਂ ਸਰ, ਮਿਸਟਰ ਮਜੀਠੀਆ ਦੀ ਗ੍ਰਿਫਤਾਰੀ ਦੇ ਵਿੱਚ ਕੋਈ ਕਾਨੂੰਨੀ ਅੜਿੱਕਾ ਹੈ ਅੱਜ ਦੀ ਤਾਰੀਖ ਵਿੱਚ ਜਾਂ ਨਹੀਂ ਸਰ? ਬਿਲਕੁਲ ਨਹੀਂ ਹੈ ਜੀ। ਅੱਜ ਦੀ ਡੇਟ ਦੇ ਵਿੱਚ ਜੋ ਸਾਡੇ ਕੋਲ ਇਨਫੋਰਮੇਸ਼ਨ ਅਵੇਲੇਬਲ ਹੈ ਉਹਦੇ ਮੁਤਾਬਕ ਨਹੀਂ ਹੈ। ਹਾਂ, ਡਿਟੇਲ ਆਰਡਰ ਜਿਹੜਾ ਆਉਂਦਾ ਵਾ, ਕਿਉਂਕਿ ਇਹਦੇ ਵਿੱਚ ਇੱਕ ਪ੍ਰੋਵੀਜ਼ਨ ਹੁੰਦੀ ਹੈ ਕਿ ਜਿਹੜਾ ਦੋਸ਼ੀ ਦਾ ਵਕੀਲ ਹੈ ਉਹ ਰਿਕਵੈਸਟ ਕੋਰਟ ਨੂੰ ਜ਼ਰੂਰ ਕਰ ਸਕਦਾ ਹੈ ਕਿ ਸਾਨੂੰ ਜਿਹੜਾ ਵਾ ਤੁਸੀਂ 4 ਦਿਨ ਦਾ 5 ਦਿਨ ਦਾ ਜਾਂ 1 ਹਫ਼ਤੇ ਦਾ ਟਾਈਮ ਦੇ ਦਿਓ ਕਿ ਉਦੋਂ ਤੱਕ ਅਰੈਸਟ ਨਾ ਕੀਤੀ ਜਾਵੇ, ਉਦੋਂ ਤੱਕ ਜਿਹੜਾ ਆਰਡਰ ਪਾਸ ਕੀਤਾ ਹੈ ਉਹ ਕੈਪਟਨ ਅਬੈਂਸ, ਤਾਂ ਕਿ ਅਸੀਂ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਆਪਣੀ ਅਪੀਲ ਕਰ ਸਕੀਏ, ਕਾਰਾਜੋਰੀ ਕਰ ਸਕੀਏ। ਉਹ ਜਿਹੜਾ ਆਰਡਰ ਹੈ ਪਤਾ ਲੱਗੇਗਾ। ਪਰ ਐਸ ਫਾਰ ਐਸ ਹੁਣ ਜੋ ਸਾਡੇ ਕੋਲ ਇਨਫੋਰਮੇਸ਼ਨ ਆ ਉਹਦੇ ਮੁਤਾਬਕ ਕਿਸੇ ਤਰ੍ਹਾਂ ਦਾ ਕੋਈ ਸਟੇ ਨਹੀਂ ਹੈ, ਕੋਈ ਅੜਚਨ ਨਹੀਂ ਹੈ। ਜੇ ਪੁਲਿਸ ਚਾਹੁੰਦੀ ਹੈ ਤਾਂ ਦੇ ਕੈਨ ਅਰੈਸਟ। ਚਲੋ, ਬਹੁਤ ਧੰਨਵਾਦ ਬਾਠ ਸਾਹਿਬ ਤੁਹਾਡਾ। ਮਿਸਟਰ ਮੈਣੀ ਤੁਹਾਡਾ ਬਹੁਤ ਧੰਨਵਾਦ। ਮਿਸਟਰ ਸੰਧੂ ਤੁਹਾਡਾ ਬਹੁਤ ਧੰਨਵਾਦ ਤੇ ਜਸਕਰਨ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ। ਸਾਰੇ ਪੈਨਲਿਸਟ ਨੇ ਆਪਣੀ ਪਾਰਟੀ ਦੇ ਹਿਸਾਬ ਦੇ ਨਾਲ
ਤੇ ਬਾਠ ਸਾਹਿਬ ਨੇ ਕਾਨੂੰਨੀ ਨੁਕਤੇ ਦੇ ਹਿਸਾਬ ਨਾਲ ਆਪਣੀ ਗੱਲ ਰੱਖੀ ਹੈ। ਪਰ ਸਾਨੂੰ ਇੰਤਜ਼ਾਰ ਕਰਨਾ ਪਊਗਾ ਜਦੋਂ ਆਰਡਰ ਸਾਡੇ ਕੋਲੇ ਆ ਜਾਣਗੇ। ਹੋ ਸਕਦਾ ਜੋ ਤੁਸੀਂ ਇਹ ਪ੍ਰੋਗਰਾਮ ਦੇਖ ਰਹੇ ਹੋ ਤੇ ਉਦੋਂ ਆਰਡਰ ਦੀ ਕਾਪੀ ਸਾਡੇ ਕੋਲ ਪਹੁੰਚ ਚੁੱਕੀ ਹੋਵੇ, ਉਸ ਤੋਂ ਬਾਅਦ ਹੀ ਕਿਸੇ ਨਤੀਜੇ ਤੇ ਪਹੁੰਚਿਆ ਜਾ ਸਕਦਾ ਹੈ। ਪਰ ਅੱਜ ਦੇ ਹਾਲਾਤਾਂ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਮੁਸ਼ਕਲ ਵਿੱਚ ਹੈ। ਸੁਪਰੀਮ ਕੋਰਟ ਵਿੱਚ ਉਹ ਜਾਣਗੇ ਤੇ ਉੱਥੇ ਕਿਸ ਤਰ੍ਹਾਂ ਦੇ ਨਾਲ ਇਹ ਸਾਰੀ ਕਾਰਵਾਈ ਅੱਗੇ ਵਧੇਗੀ, ਸਾਡੀ ਉਸ 'ਤੇ ਨਜ਼ਰ ਰਹੇਗੀ। ਪਰ ਪੰਜਾਬ ਦੇ ਸਿਆਸੀ ਸਿਨੈਰੀਓ ਨੂੰ, ਪੰਜਾਬ ਦੇ ਸਿਆਸੀ ਅਖਾੜੇ ਨੂੰ, ਪੰਜਾਬ ਦੀ ਸਿਆਸੀ ਫਿਜ਼ਾ ਨੂੰ ਇਸ ਪੂਰੇ ਮਾਮਲੇ ਨੇ ਇੱਕ ਨਵਾਂ ਰੰਗ ਦਿੱਤਾ ਤੇ ਉਸ ਰੰਗ ਦੇ ਵਿੱਚ ਸਾਡਾ ਸਵਾਲ ਹਮੇਸ਼ਾ ਰਹੂਗਾ, ਪੰਜਾਬ ਦਾ ਹਾਸਿਲ ਕੀ ਹੈ। ਸਵਾਲ ਲਗਾਤਾਰ ਪੁੱਛਦਾ ਰਹੂੰਗਾ। ਬਹੁਤ ਧੰਨਵਾਦ।